ਸਾਹਿਬ ਹੱਥ ਵਡਿਆਈਆਂ ਜਿਸ ਭਾਵੇ ਤਿਸ ਦੇ। ਸਤਿ ਸ੍ਰੀ ਅਕਾਲ, ਤੁਸੀਂ ਜੁੜੇ ਹੋ ਇਸ ਵਕਤ ਜਸ ਪੰਜਾਬੀ ਦੇ ਨਾਲ ਤੇ ਅਸੀਂ ਪਹੁੰਚੇ ਹੋਏ ਹਾਂ ਅਕਾਲ ਅਕੈਡਮੀ ਦੀ ਨੀਂਹ ਜਾਂ ਮੁੱਖ ਕੈਂਪਸ ਬੜੂ ਸਾਹਿਬ ਹਿਮਾਚਲ ਪ੍ਰਦੇਸ਼ ਦੇ ਵਿੱਚ। ਸਾਰਿਆਂ ਨੂੰ ਚੰਗੇ ਤਰੀਕੇ ਨਾਲ ਗਿਆਤ ਹੈ ਕਿ ਪਿਛਲੇ ਦਿਨੀ ਬਾਬਾ ਇਕਬਾਲ ਸਿੰਘ ਜੀ ਬੜੂ ਸਾਹਿਬ ਵਾਲੇ ਇਸ ਦੁਨੀਆ ਤੋਂ ਸੰਸਾਰਿਕ ਰੂਪ ਦੇ ਵਿੱਚ ਔਰ ਸਰੀਰਕ ਰੂਪ ਦੇ ਵਿੱਚ ਸਾਨੂੰ ਵਿਛੋੜਾ ਦੇ ਗਏ ਨੇ। ਉਹਨਾਂ ਦੇ ਚਲਾਏ ਹੋਏ ਕਾਰਜਾਂ ਦੇ ਰੂਪ ਦੇ ਵਿੱਚ ਜਿੱਦਾਂ ਅਸੀਂ ਵਾਰ-ਵਾਰ ਜ਼ਿਕਰ ਕਰਦੇ ਹਾਂ, ਬਹੁਤ ਕੁਝ ਚੱਲ ਰਿਹਾ। ਸਿੱਖਿਆ ਇੱਕ ਉਹ ਗਹਿਣਾ ਹੁੰਦਾ ਹੈ ਜਿਹੜਾ ਗਹਿਣਾ ਨਾ ਕਦੇ ਚੋਰੀ ਹੁੰਦਾ ਹੈ, ਨਾ ਖੋਇਆ ਜਾਂਦਾ, ਨਾ ਲੁੱਟ ਪੈਂਦੀ ਹੈ, ਨਾ ਡਾਕਾ ਪੈਂਦਾ। ਤੇ ਸਿੱਖਿਆ ਫਿਰ ਉਹ ਐਸਾ ਗਹਿਣਾ ਹੈ ਜੇ ਸਿੱਖਿਆ ਦਾ ਮਿਆਰ ਔਰ ਪੱਧਰ ਇਸ ਕਿਸਮ ਦਾ ਹੋਵੇ ਤਾਂ ਤੁਸੀਂ ਉਸ ਦਾ ਮੁੱਲ ਅਖਲਾਕੀ ਤੌਰ ਦੇ ਉੱਤੇ ਔਰ ਇਨਸਾਨੀ ਤੌਰ ਦੇ ਉੱਤੇ ਜਿਵੇਂ ਮਰਜ਼ੀ ਵਟ ਲਵੋ, ਸਾਰੀ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਜਾ ਕੇ। ਤੁਹਾਡੇ ਨਾਲ ਇਸ ਵਕਤ ਜਿਸ ਸ਼ਖਸ ਦੀ ਮੁਲਾਕਾਤ ਕਰਾਵਾਂਗੇ, ਪਹਿਲਾਂ ਤਾਂ ਉਹਨਾਂ ਦਾ ਆਪਣਾ ਜਿਹੜਾ ਪਿਛੋਕੜ ਹੈ ਉਹ ਬੜੇ ਮਾਣ ਵਾਲੀ ਗੱਲ ਹੈ, ਬੜੇ ਪ੍ਰਾਊਡ ਵਾਲੀ ਗੱਲ ਹੈ ਕਿ ਆਰਮੀ ਪਿਛੋਕੜ ਹੈ। ਉਸ ਤੋਂ ਬਾਅਦ ਉਹਨਾਂ ਦਾ ਰਾਬਤਾ ਤੇ ਰਿਸ਼ਤਾ ਕਿਸ ਤਰੀਕੇ ਨਾਲ ਬਾਬਾ ਇਕਬਾਲ ਸਿੰਘ ਜੀ ਨਾਲ ਜੁੜਦਾ ਹੈ ਔਰ ਬੜੂ ਸਾਹਿਬ ਅਕੈਡਮੀ ਨਾਲ ਜੁੜਦਾ ਹੈ, ਔਰ ਉਸ ਤੋਂ ਬਾਅਦ ਐਜੂਕੇਸ਼ਨ ਨਾਲ ਜੁੜਦਾ ਹੈ। ਐਜੂਕੇਸ਼ਨ ਜਿਹੜੀ ਇੱਥੋਂ ਦੇ ਸਿੱਖਿਆਰਥੀਆਂ ਵਿਦਿਆਰਥੀਆਂ ਨੂੰ ਤਿਆਰ ਕਰਦੀ ਹੈ ਡਿਫੈਂਸ ਸਟੱਡੀ ਦੇ ਵਿੱਚ ਜਾਣ ਦੇ ਲਈ। ਆਓ ਤਾਂ ਪਹਿਲਾਂ ਸਵਾਗਤ ਕਰਦੇ ਹਾਂ ਸਾਡੇ ਨਾਲ ਇਸ ਵਕਤ ਏਅਰ ਮਾਰਸ਼ਲ ਰਿਟਾਇਰਡ ਸਰਦਾਰ ਪਰਮਜੀਤ ਸਿੰਘ ਭੰਗੂ ਹੋਰੀ ਨੇ। ਭੰਗੂ ਸਾਹਿਬ ਬਹੁਤ ਸਵਾਗਤ ਜੀ। ਥੈਂਕ ਯੂ ਜੀ, ਬਹੁਤ ਸ਼ੁਕਰਗੁਜ਼ਾਰ ਹਾਂ ਮੈਂ ਆਪ ਜੀ ਦਾ। ਭੰਗੂ ਸਾਹਿਬ, ਬਰੀਫ ਦੇ ਵਿੱਚ ਤੁਹਾਡਾ ਸਬੱਬ ਬੜੂ ਸਾਹਿਬ ਨਾਲ ਜੁੜਨ ਦਾ, ਬਾਬਾ ਇਕਬਾਲ ਸਿੰਘ ਜੀ ਨਾਲ ਜੁੜਨ ਦਾ, ਇਸ ਸੰਸਥਾ ਨਾਲ ਜੁੜਨ ਦਾ ਕਿਵੇਂ ਜੇ ਬਣਦਾ? ਇਸ ਤਰ੍ਹਾਂ ਕਿ ਬਾਬਾ ਜੀ ਇਕਬਾਲ ਸਿੰਘ ਨੇ ਅੱਜ ਸੰਸਥਾ ਸ਼ੁਰੂ ਕੀਤੀ, ਪਰੰਤੂ ਮੇਰਾ ਕਦੀ ਇਹ ਨਹੀਂ ਮਨ 'ਚ ਆਇਆ ਕਿ ਮੈਂ ਬੜੂ ਸਾਹਿਬ ਜਾਵਾਂ। ਹਾਲਾਂਕਿ ਮੇਰੇ ਰਿਸ਼ਤੇਦਾਰ ਇੱਥੇ ਪੜ੍ਹੇ ਨੇ, ਮੇਰੇ ਛੋਟੇ ਭਰਾ ਦੇ ਬੇਟੇ, ਪਰ ਮਨੋ ਮੇ ਬੀ ਬਿਕੋਜ਼ ਮੈਂ ਏਅਰ ਫੋਰਸ ਵਿੱਚ ਸੀਗਾ, ਬਿਜ਼ੀ ਇਨ ਮਾਈ ਓਨ ਰੂਟੀਨ, ਦੇਸ਼ ਦੀ ਸੇਵਾ ਐਜ਼ ਅ ਫਾਈਟਰ ਪਾਇਲਟ। ਹਾਂਜੀ, ਤੇ ਆਵਾਜ਼ ਵੀ ਅੰਦਰੋਂ ਨਹੀਂ ਆਈ, ਟੂ ਬੀ ਵੈਰੀ ਫਰੈਂਕ। ਹਾਂਜੀ, ਬਟ ਉਹ ਜਦੋਂ ਅੰਦਰ ਦੀ ਆਵਾਜ਼ ਆਉਂਦੀ ਹੈ ਨਾ, ਉਹ ਵਾਹਿਗੁਰੂ ਜੀ ਦੀ ਆਵਾਜ਼ ਆਉਂਦੀ ਹੈ ਕਿ ਕਾਕਾ ਬਾਬਾ ਜੀ ਨੂੰ ਜਾ ਕੇ ਬੜੂ ਸਾਹਿਬ ਮਿਲੀਏ। ਹਾਂਜੀ, ਇਹ ਸਬਬ ਬਣਿਆ ਜਦੋਂ ਬਾਬਾ ਜੀ ਅਮਰੀਕਾ ਤੋਂ ਵਾਪਸ ਆਏ ਜੀ, ਤੇ ਹੀ ਵਾਜ਼ ਇਨ JP ਹਸਪੀਟਲ। ਮੈਨੂੰ ਪਤਾ ਲੱਗਾ। ਕਿਹੜੇ ਈਅਰ ਦੀ ਗੱਲ ਹੋਏਗੀ ਸਰ? ਇਹ 2016 ਦੀ ਗੱਲ ਸ਼ਾਇਦ ਹੋਏਗੀ। ਓਕੇ। ਤੇ ਹੀ ਵਾਜ਼ JP ਹਸਪੀਟਲ। ਮੈਂ ਇੰਦਰਾਪੁਰ ਰਹਿੰਦਾ ਸੀ ਆਫਟਰ ਰਿਟਾਇਰਮੈਂਟ, ਤੇ ਵਿਚ ਇਜ਼ ਕਲੋਜ਼ ਬਾਈ, ਤੇ ਆਈ ਵਾਜ਼ ਸਰਪ੍ਰਾਈਜ਼ਡ ਐਂਡ ਸੋ ਆਈ ਵੈਂਟ ਦੇਅਰ। ICU ਸੀਗੇ, ਤਾਂ ਆਈ ਮੈਟ ਡਾਕਟਰ ਨੀਲਮ ਭੈਣ ਜੀ ਉੱਥੇ ਫॉर द फर्स्ट टाइम। ਐਂਡ ਸ਼ੀ ਆਸਕਡ ਮੀ ਹੂ ਯੂ ਆਰ। ਓਬਵੀਅਸਲੀ ਸ਼ੀ ਡਿਡਨਟ ਨੋ। ਜੀ ਬਿਲਕੁਲ। ਤੇ ਕਹਿੰਦੇ ਵੀਰ ਜੀ ਇਸ ਤਰ੍ਹਾਂ ਹੈ ਕਿ ICU 'ਚ ਨੇ, ਆਈ ਕਾਂਟ ਟੇਕ ਯੂ ਫॉर ਟੂ ਲੌਂਗ, ਪਰ 2 ਮਿੰਟ ਤੁਸੀਂ ਦਰਸ਼ਨ ਕਰ ਸਕਦੇ ਹੋ। ਸੋ ਦੈਟ ਹੈਪਨ ਐਂਡ ਉਸ ਤੋਂ ਬਾਅਦ ਵਿਚਾਰ ਸੀਗਾ ਕਿ ਇੱਥੇ ਆਈ। ਸੋ ਆਈ ਟਾਕਿੰਗ ਟੂ ਮਾਈ ਕਜ਼ਨ, ਵੱਡੇ ਮਾਮਾ ਜੀ ਦਾ ਬੇਟਾ, ਕਿ ਰਮਿੰਦਰ ਬੜੂ ਸਾਹਿਬ ਚੱਲੀਏ। ਕਹਿੰਦੇ ਹਾਂ ਪਰਮ, ਆਪਾਂ ਬਣਾਉਂਦੇ ਪ੍ਰੋਗਰਾਮ ਜੀ। ਉਹ ਕਰਦਿਆਂ there was situation in the family, ਤੇ ਉੱਥੇ ਭੋਗ ਤੇ ਗਏ ਸੀਗੇ, ਭੋਗ ਤੋਂ ਵਾਪਸ ਆ ਗਏ। ਅਗਲੇ ਦਿਨ ਬਾਬਾ ਜੀ ਉੱਥੇ ਪਹੁੰਚ ਗਏ। ਓਕੇ। ਹਾਂਜੀ, ਰਿਸ਼ਤੇਦਾਰੀ 'ਚ ਡੈਥ ਹੋ ਗਈ ਸੀਗੀ। ਤੇ ਫਿਰ ਮੈਨੂੰ ਉਹਦਾ ਫੋਨ ਆਇਆ, ਰਮਿੰਦਰ ਦਾ, ਮੇਰੇ ਕਜ਼ਨ ਦਾ, ਕਿ ਪਰਮ ਕਹਿ ਰਿਹਾ ਸੀ ਨਾ, ਆਵਾਜ਼ ਆ ਗਈ ਹੈ, ਹੁਕਮ ਆ ਗਿਆ ਕਿ ਉੱਥੇ ਆਓ ਬੜੂ ਸਾਹਿਬ। ਦੈਟ ਵਾਜ਼ 2017 ਜੁਲਾਈ ਕੇਮ ਹੇਅਰ। ਤੇ ਬਾਬਾ ਜੀ ਕੋਲ ਇੱਥੇ 3-4 ਦਿਨ ਰਹੇ। ਤੇ ਬਾਬਾ ਜੀ ਉਦੋਂ ਕਹਿੰਦੇ, ਕਾਕਾ ਤੂੰ ਤੇ ਲੜਾਕੂ ਆਈ ਜਾ ਤੇ ਬਥੇਰੇ ਉਡਾ ਲਏ ਨੇ, ਅੱਜ ਕੱਲ੍ਹ ਤੂੰ ਕੀ ਕਰਦਾ? ਅੱਛਾ, ਉਦੋਂ ਬਾਬਾ ਜੀ ਠੀਕ ਹੋ ਚੁੱਕੇ ਸਨ? ICU ਠੀਕ ਹੋ ਚੁੱਕੇ ਸੀਗੇ, ਬਿਲਕੁਲ ਫਸਟ ਕਲਾਸ, ਘੋੜੇ ਵਾਂਗੂ ਨੱਠੇ ਫਿਰਦੇ ਸੀਗੇ। ਹਾਂਜੀ, ਇਟ ਵਾਜ਼ ਵੈਰੀ ਚੇਅਰਫੁਲ, ਵੈਰੀ ਹੈਲਦੀ, ਬਟ ਹੈਡ ਟੂ ਬੀ ਕੇਅਰਫੁਲ। ਸੇਵਾਦਾਰ ਨਾਲ ਹੁੰਦੇ ਸੀਗੇ। ਤੇ ਤੁਹਾਨੂੰ ਕਹਿ ਰਹੇ ਨੇ, ਉਹਨਾਂ ਦਾ ਡਾਇਲੋਗ ਹੈ ਕਿ ਲੜਾਕੂ ਹਵਾਈ ਜਹਾਜ਼ ਤਾਂ ਬਹੁਤ ਉਡਾਲੇ, ਅੱਜ ਕੱਲ੍ਹ ਕੀ ਕਰਦੇ ਹੋ? ਅੱਜ ਕੱਲ੍ਹ ਤੂੰ ਹੁਣ ਰਿਟਾਇਰ ਹੋ ਗਿਆ, ਹੁਣ ਤੂੰ ਕੀ ਕਰਦਾ? ਤੇ ਮੈਂ ਫਿਰ ਆਪਣੀ ਕਹਾਣੀ ਛੋਟੀ ਮੋਟੀ ਸੁਣਾਈ ਕਿ ਬਾਬਾ ਜੀ ਮੈਂ ਅੱਜ ਕੱਲ੍ਹ ਬੱਚਿਆਂ ਦੀ ਸੇਵਾ ਕਰਦਾ। ਕਹਿੰਦੇ ਉਹ ਕਿਹੋ ਜਿਹੀ ਸੇਵਾ ਹੈਗੀ ਆ ਜੀ?
ਫਿਰ ਮੈਂ ਕਿਹਾ ਕਿ ਮੈਂ ਬਾਬਾ ਜੀ ਕਿਤੇ ਹੋਰ ਕੰਮ ਨਹੀਂ ਕਰਦਾ, ਬੱਚਿਆਂ ਦੇ ਨਾਲ ਆਪਣਾ ਜ਼ਿੰਦਗੀ ਦਾ ਐਕਸਪੀਰੀਅੰਸ, ਕਿਉਂਕਿ ਆਪ ਜੀ ਨੂੰ ਤਾਂ ਪਤਾ ਹੈ ਪਿੰਡ 'ਚੋਂ ਸਾਡਾ ਜਰਨੀ ਸਟਾਰਟ ਹੋਈ ਹੈ। ਹਾਂਜੀ, ਤੇ ਫਿਰ ਉੱਥੋਂ ਸੈਨਿਕ ਸਕੂਲ ਚਲੇ ਗਏ, ਉੱਥੋਂ NDA ਵਿੱਚ ਚਲੇ ਗਏ, ਤੇ ਫਿਰ 에ਅਰਫੋਰਸ 'ਚ ਆ ਗਏ, ਤੇ 에ਅਰਫੋਰਸ 'ਚ ਘੁੰਮਦੇ ਫਿਰਦੇ ਰਹੇ, ਤੇ ਸੋਚਿਆ ਕਿ ਔਰ ਵਾਹਿਗੁਰੂ ਦੀ ਕਿਰਪਾ ਦੇ ਨਾਲ ਟੌਪ ਰੈਂਕ ਤੇ 에ਅਰ ਮਾਰਸ਼ਲ ਰੈਂਕ ਤੇ ਵਾਹਿਗੁਰੂ ਜੀ ਲੈ ਗਏ ਸਾਨੂੰ। ਕੰਮ ਤੇ ਕੀਤਾ ਹੀ ਹੋਊਗਾ ਤਾਂ ਹੀ ਉੱਥੇ ਪਹੁੰਚੇ। ਬਿਲਕੁਲ ਸਰ। ਤੇ ਰਾਸ਼ਟਰਪਤੀ ਜੀ ਨੇ 2 ਵਾਰਾਂ ਸਨਮਾਨਿਤ ਕੀਤਾ ਰਾਸ਼ਟਰਪਤੀ ਭਵਨ 'ਚ। ਤੇ ਉਹ ਸਾਰੀ ਜਿਹੜੀ ਕੋਈ ਨਾ ਕੋਈ ਤਾਂ ਚੀਜ਼ ਹੋਏਗੀ ਨਾ, ਮੈਂ ਕਿ ਬੱਚਿਆਂ ਨਾਲ ਸ਼ੇਅਰ ਕਰੀਏ ਅਸੀਂ, ਤਾਂ ਕਿ ਉਹਨਾਂ ਨੂੰ ਕੋਈ ਚੀਜ਼ ਲੱਗ ਜਾਵੇ ਕਿ ਜੇ ਪਿੰਡ 'ਚੋਂ ਬੱਚਾ ਨਿਕਲ ਕੇ ਇੱਥੇ ਪਹੁੰਚ ਸਕਦਾ ਹੈ, ਤੇ ਅੱਜ ਕੱਲ੍ਹ ਦੀ ਪੀੜ੍ਹੀ ਤਾਂ ਸਾਡੋਂ ਹੋਰ ਵੀ ਅੱਗੇ ਜਾ ਸਕਦੀ ਹੈਗੀ ਆ। ਤਾਂ ਸੁਣਦੇ ਰਹੇ ਬੜੇ ਧਿਆਨ ਨਾਲ। ਤੇ ਨਾਲੇ ਐਡਵੈਂਚਰ ਕੈਂਪ ਵੀ ਕੰਡਕਟ ਕਰੀਦੇ ਨੇ ਇੱਥੇ ਹਿਮਾਚਲ ਕੁੱਲੂ ਮਨਾਲੀ ਵੱਲ, ਉੱਥੇ ਵੱਖਰੇ ਵੱਖਰੇ ਸਕੂਲਾਂ ਦੇ ਬੱਚੇ ਬੱਚੀਆਂ ਆਉਂਦੇ ਨੇ, ਤੇ ਉਹਨਾਂ ਨਾਲ ਵੀ ਗੱਲਬਾਤ ਕਰੀਦੀ ਆ, ਲਾਈਫ ਐਕਸਪੀਰੀਅੰਸ ਐਂਡ ਆਲਸੋ ਹਾਊ ਟੂ ਜੁਆਇਨ ਦ ਡਿਫੈਂਸ ਫੋਰਸਿਸ। ਫਿਰ ਕਹਿੰਦੇ ਕਾਕਾ ਆਹ ਤੇ ਕੰਮ ਠੀਕ ਆ। ਹਾਂ, ਬਾਬਾ ਜੀ ਦਾ ਬਚਨ, ਹਾਂ ਬਚਨ, ਆਹ ਤੇ ਕੰਮ ਠੀਕ ਆ। ਮੈਂ ਮਨੋਂ ਕਿਹਾ ਸ਼ੁਕਰ ਹੈ, ਕਿਉਂਕਿ ਬਾਬਾ ਜੀ ਸਖਤੀ ਬੜੇ ਸੀਗੇ। ਹਾਂਜੀ, ਤੇ ਸਖਤੀ ਵਿੱਚ ਫਿਰ ਉਹ ਜੋ ਡਾਂਟ ਦਿੰਦੇ ਸੀ ਨਾ, ਪਿਆਰ ਦੀ ਅੰਦਰੋਂ ਪਿਆਰ ਹੁੰਦਾ ਸੀ, ਪਰ ਦੱਸੇ ਤੁਹਾਨੂੰ ਕੀ ਕਰਨਾ ਚਾਹੀਦਾ। ਕਹਿੰਦੇ ਆਹ ਤਾਂ ਠੀਕ ਆ। ਫਿਰ ਗੱਲਾਂ ਬਾਤਾਂ ਕਰਦੇ ਰਹੇ, ਤੇ ਅੱਧੇ ਘੰਟੇ ਬਾਅਦ ਫਿਰ ਮੈਂ ਝਿਜਕ ਕੇ ਬਾਬਾ ਜੀ ਨੂੰ ਪੁੱਛਿਆ ਕਿ ਬਾਬਾ ਜੀ ਮੈਂ ਇੱਥੇ ਵੀ ਆ ਕੇ ਕਿੰਨੇ ਆਪਣੀਆਂ ਅਕੈਡਮੀਆਂ ਨੇ ਜਾਂ ਇੱਥੇ ਬੜੂ ਸਾਹਿਬ ਆ ਕੇ ਬੱਚਿਆਂ ਨਾਲ ਗੱਲਬਾਤ ਕਰ ਸਕਦਾ ਕਿ ਨਹੀਂ। ਕਹਿੰਦੇ ਹਾਂ ਕਾਕਾ ਤੂੰ ਆ ਇੱਥੇ। ਫਿਰ ਮੇਰਾ ਇੱਥੇ ਆਉਣਾ ਸ਼ੁਰੂ ਹੋ ਗਿਆ 2017 ਤੋਂ ਬਾਅਦ। 2017 ਤੋਂ ਬਾਅਦ ਫਿਰ ਮੈਂ ਇੱਥੇ ਸਕੂਲ 'ਚ ਹੀ 2-3 ਵਾਰ ਲੈਕਚਰ ਦਿੱਤੇ ਨੇ। ਜਿਹੜਾ ਨਰਸਿੰਗ ਕਾਲਜ ਹੈ ਉੱਥੇ ਵੀ, ਉੱਥੇ ਬੱਚਿਆਂ ਨੂੰ ਦੱਸਿਆ ਕਿ ਤੁਸੀਂ ਕਿਵੇਂ ਮਿਲਟਰੀ ਨਰਸਿੰਗ ਸਰਵਿਸ ਵਿੱਚ ਜਾ ਸਕਦੀ ਹੈ। ਮੇਰੇ ਖਿਆਲ 'ਚ ਇਸ ਤੋਂ ਪਹਿਲਾਂ, ਮਤਲਬ ਤੁਹਾਡੇ ਆਉਣ ਤੋਂ ਪਹਿਲਾਂ ਸ਼ਾਇਦ ਸਾਡੇ ਸਾਰੇ ਬੱਚੇ, ਮਤਲਬ ਅਕੈਡਮੀਜ਼ ਦੇ ਬੱਚੇ ਡਾਕਟਰ ਬਣਦੇ ਰਹੇ, ਇੰਜੀਨੀਅਰ ਬਣਦੇ ਰਹੇ, ਆਰਮੀ ਸਰਵਿਸਿਜ਼ ਦੇ ਵੱਲ ਘੱਟ ਸੀਗਾ। ਮਤਲਬ ਤੁਹਾਡੇ ਆਉਣ ਤੋਂ ਬਾਅਦ ਉਹ ਇੱਕ ਪ੍ਰੋਪਰ ਔਨ ਆਪਾਂ ਟਰੈਕ ਲੈ ਕੇ ਆਂਦਾ ਉਸ ਚੀਜ਼ ਨੂੰ। ਉਹ ਫਿਰ ਗੱਲ ਹੋਈ ਜੁਆਇਨ ਆਰਮੀ, ਹਾਊ ਟੂ ਜੁਆਇਨ NDA, ਹਾਊ ਟੂ ਜੁਆਇਨ ਫੋਰਸਿਸ। ਇਹ ਵੀ ਗੱਲ ਉਦੋਂ ਹੋਈ ਬਾਬਾ ਜੀ ਨਾਲ ਕਿ ਸਾਡੇ ਕੋਲ ਇੰਨੀ ਵੱਡੀ ਪਨੀਰੀ ਹੈਗੀ ਆ, ਤੇ ਇਹਦੇ ਵਿੱਚੋਂ ਅਸੀਂ ਜੇ ਕੁਝ ਬੱਚੇ ਸਿਲੈਕਟ ਕਰ ਲਈਏ ਆਫਟਰ ਗਿਵਿੰਗ ਐਗਜ਼ਾਮ, ਜਿਨ੍ਹਾਂ ਨੂੰ ਅਸੀਂ ਸੂਟੇਬਲ ਸਮਝੀਏ, ਤੇ ਵੀ ਟ੍ਰੇਨ ਦੈਮ ਜੀ ਐਂਡ ਮੇਕ ਦੈਮ ਅਪੀਅਰ NDA ਦੇ ਐਗਜ਼ਾਮ ਲਈ। ਕਹਿੰਦੇ ਹਾਂ ਇਹੋ ਤਾਂ ਮੈਂ ਚਾਹੁੰਦਾ। ਤੇ ਉਹ ਫਿਰ ਉਹਨਾਂ ਦੀ ਵਿਜ਼ਨ ਜਿਹੜੀ ਸੀ ਨਾ ਜੀ, ਉਹਨੂੰ ਪ੍ਰੈਕਟੀਕਲ ਟਰਮ ਵਿੱਚ ਲਿਆਉਣ ਲਈ ਫਿਰ ਅਸੀਂ ਇਹ ਪ੍ਰੋਜੈਕਟ ਸ਼ੁਰੂ ਕੀਤਾ, ਅਕਾਲ ਅਕੈਡਮੀ ਫॉर ਡਿਫੈਂਸ ਸਟੱਡੀਜ਼, ਆਫਟਰ ਡੂਇੰਗ ਕਿ ਕਿੱਥੇ ਅਸੀਂ ਖੋਲ੍ਹ ਸਕਦੇ ਹਾਂ ਇਹਨੂੰ। ਤੇ ਵੀ ਫਾਊਂਡ ਕਿ ਜਿਹੜਾ ਅਕਾਲ ਅਕੈਡਮੀ ਚੁੰਨੀ ਕਲਾਂ ਹੈ, ਉਹ ਇੱਕ ਕਿਸਮ ਦਾ ਸ਼ਹਿਰ ਤੋਂ ਥੋੜ੍ਹਾ ਬਾਹਰ ਵੀ ਆ, ਤੇ ਇਟ ਹੈਜ਼ ਗੋਟ ਇਨਫ ਸਪੋਰਟਸ ਗਰਾਊਂਡ, ਸਫੀਸ਼ੀਐਂਟ ਬਿਲਡਿੰਗ ਵੀ ਅੱਛੀ ਹੈ, ਉੱਥੇ ਹੋਸਟਲ ਵੀ ਬਣ ਸਕਦਾ ਹੈ। ਉਹ ਪ੍ਰਪੋਜ਼ਲ ਫਿਰ ਆ ਕੇ ਮੈਂ ਨੂੰ ਦਿੱਤੀ। ਐਂਡ ਤੁਸੀਂ ਵਿਜ਼ਿਟ ਕਰਨ ਤੋਂ ਬਾਅਦ ਪ੍ਰੋਪਰ ਆਪਣਾ ਤੁਸੀਂ ਸਰਵੇ ਕੀਤਾ, ਜਿਹੜਾ ਜ਼ਰੂਰੀ ਸਰਵੇ ਹੁੰਦਾ ਕੀਤਾ, ਇੱਕ ਪ੍ਰੋਜੈਕਟ ਬਣਾਇਆ, ਤੇ ਇਹ 'ਚ ਕੀ ਕੁਛ ਸਾਨੂੰ ਕਰਨਾ ਪੈਣਾ, ਕਿੰਨਾ ਤਕਰੀਬਨ ਖਰਚਾ ਹੋ ਸਕਦਾ ਹੈ। ਤੇ ਡਾਕਟਰ ਦਵਿੰਦਰਵੀਰ ਜੀ ਐਂਡ ਡਾਕਟਰ ਨੀਲਮ ਮੈਡਮ, ਉਹਨਾਂ ਦੇ ਨਾਲ ਪਹਿਲਾਂ ਡਿਸਕਸ਼ਨ ਹੋਇਆ, ਦੈਨ ਉਸ ਤੋਂ ਬਾਅਦ ਵੈਂਟ ਬਾਬਾ ਜੀ ਐਂਡ ਹੀ ਗੇਵ ਹਿਸ ਸਟੈਂਪ। ਵੈਰੀ ਗੁੱਡ। 에ਅਰ ਮਾਰਸ਼ਲ ਨੇ ਤਾਂ ਟੇਕ ਆਫ ਦੀ ਗੱਲ ਵੀ ਹੋਏਗੀ, ਕਿਉਂਕਿ ਲੜਾਕੂ ਪਾਇਲਟ ਰਹੇ ਨੇ। ਔਰ ਦੂਸਰੀ ਗੱਲ ਮੈਂ ਇੱਕ ਜ਼ਿਕਰ ਜ਼ਰੂਰ ਕਰ ਦੇਵਾਂ, ਜਿੰਨੇ ਸਾਡੇ ਸਰੋਤਾ ਦਰਸ਼ਕ ਨੇ, ਜਦੋਂ ਚੁੰਨੀ ਕਲਾਂ ਕੈਂਪਸ ਦੀ ਗੱਲ ਆਉਂਦੀ ਹੈ ਤਾਂ ਤੁਹਾਡੇ ਧਿਆਨ ਹੱਥ ਦੱਸਦਾ ਕਿ ਤੁਸੀਂ ਚੰਡੀਗੜ੍ਹ ਦੀ ਹਦੂਦ ਤੋਂ ਬਾਹਰ ਨਿਕਲ ਕੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਦੀ ਹਦੂਦ ਤੋਂ ਬਾਹਰ ਨਿਕਲਦੇ ਹੋ। ਮੋਹਾਲੀ ਤੋਂ ਸ਼੍ਰੀ ਫਤਿਹਗੜ੍ਹ ਸਾਹਿਬ ਰੋਡ ਦੇ ਉੱਤੇ ਲਗਭਗ 9 ਤੋਂ 9.5 10 ਕਿਲੋਮੀਟਰ ਜਾਣ ਤੋਂ ਬਾਅਦ ਸੱਜੇ ਹੱਥ, ਮੋਹਾਲੀ ਤੋਂ ਫਤਿਹਗੜ੍ਹ ਸਾਹਿਬ ਜਾਂਦੇ ਹੋਏ ਸੱਜੇ ਹੱਥ ਅਕਾਲ ਅਕੈਡਮੀ ਚੁੰਨੀ ਕਲਾਂ ਦਾ ਕੈਂਪਸ ਹੈ, ਜਿੱਥੇ ਸੈਂਟਰ ਫॉर ਜਿਹੜੀ ਆਰਮੀ ਸਰਵਿਸਿਜ਼ ਦਾ ਜਿਹੜਾ ਅਕਾਲ ਅਕੈਡਮੀ ਦੇ ਕੋਰਸਿਸ ਨੇ ਉਹ ਸ਼ੁਰੂ ਕੀਤੇ ਗਏ ਨੇ। 에ਅਰ ਮਾਰਸ਼ਲ ਭੰਗੂ ਸਾਹਿਬ ਹੋਰਾਂ ਦੀ ਜਿਹੜੀ ਕੋਸ਼ਿਸ਼ ਸੀ ਉਹ ਰੰਗ ਲੈ ਕੇ ਆਈ। ਕਿਵੇਂ ਲੈ ਕੇ ਆਈ, ਬ੍ਰੇਕ ਦੇ ਅਗਲੇਰੇ ਪਾਰ ਇਸ ਸਫ਼ਰ ਨੂੰ ਇੱਦਾਂ ਜਾਰੀ ਰੱਖਾਂਗੇ। ਮਿਲਦੇ ਹਾਂ ਬ੍ਰੇਕ ਦੇ ਅੱਗੇ ਜਾ ਕੇ। ਬ੍ਰੇਕ ਦੇ ਇਸ ਪਾਰ ਤੁਹਾਡਾ ਸਵਾਗਤ ਹੈ।
ਅਸੀਂ ਬੜੂ ਸਾਹਿਬ ਕੈਂਪਸ ਦੇ ਵਿੱਚ ਰਿਟਾਇਰਡ 에ਅਰ ਮਾਰਸ਼ਲ ਸਰਦਾਰ ਪਰਮਜੀਤ ਸਿੰਘ ਭੰਗੂ ਹੋਰਾਂ ਨਾਲ ਗੱਲਬਾਤ ਕਰਦੇ ਹਾਂ। ਮੁੜ ਸਵਾਗਤ ਕਰਦੇ ਹਾਂ ਸਰ, ਮੁੜ ਤੋਂ ਸਵਾਗਤ ਹੈ, ਵੈਲਕਮ। ਮੈਨੂੰ ਬੜੀ ਖੁਸ਼ੀ ਜੀ ਲੱਗੀ, ਮਤਲਬ ਅੰਦਰੋਂ ਮਾਣ ਮਹਿਸੂਸ ਹੋ ਰਿਹਾ। ਸਾਡੀਆਂ ਤਾਂ ਉਮਰਾਂ ਨਿਕਲ ਗਈਆਂ, ਛੋਟੇ ਹੁੰਦੇ ਮੈਂ ਵੀ ਫੌਜੀ ਵਰਦੀ ਪਾ ਕੇ ਜਿਹੜੀ ਉਹ ਮਿਲਦੀ ਹੁੰਦੀ, ਅਸੀਂ ਵੀ ਸਲੂਟ ਕਰਦੇ ਹੁੰਦੇ ਸੀ। ਮੈਨੂੰ ਚੰਗੀ ਤਰ੍ਹਾਂ ਯਾਦ, ਮੈਂ ਵੈਸੇ ਛੋਟਾ ਜਿਹਾ ਕਿੱਸਾ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਕਿ ਆਫਟਰ 1984 ਮੈਂ 6 ਸਾਲ ਦਾ ਜਦੋਂ ਸੀਗਾ, ਮੈਂ ਨਾਭੇ ਰਿਪਦਮਨ ਕਾਲਜ ਸਾਡਾ, ਅਸੀਂ ਉੱਥੇ ਰਹਿੰਦੇ ਹੁੰਦੇ ਸੀਗੇ। ਕਾਲਜ ਦੇ ਵਿੱਚ ਸਾਡਾ ਸਟੇ ਸੀਗਾ, ਮਤਲਬ ਘਰ ਸੀਗਾ। ਬਟ ਉਦੋਂ ਕਿਉਂਕਿ ਤੁਹਾਨੂੰ ਪਤਾ ਪੰਜਾਬ ਦੇ ਹਾਲਾਤ ਵਿਗੜੇ ਹੋਏ ਸੀ, ਕਰਫਿਊ ਲੱਗਿਆ ਸੀਗਾ, ਤਾਂ ਇੱਕ ਯੂਨਿਟ ਜਿਹੜੀ ਮੇਰੇ ਖਿਆਲ 'ਚ ਮਰਾਠਾ ਯੂਨਿਟ ਸੀ, ਉਹ ਸਾਡੇ ਉੱਥੇ ਠਹਿਰੀ ਹੋਈ ਸੀ। ਤਾਂ ਅਸੀਂ ਉਹਨਾਂ ਦੇ ਨਾਲ, ਮੈਂ ਸਵੇਰ ਦਾ ਬ੍ਰੇਕਫਾਸਟ ਵੀ ਕਰਨਾ, ਉਹਨਾਂ ਦੀ ਪਰੇਡ ਜਿਹੜੀ ਡੇਲੀ ਡਰਿੱਲ ਸੀ ਉਹ ਵੀ ਦੇਖਣੀ, ਤੇ ਉਹਨਾਂ ਦੇ ਨਾਲ ਉਹੀ ਮੈਨੂੰ ਮੇਰੇ ਸਕੂਲ ਕੈਂਪਸ ਛੱਡ ਕੇ ਆਉਂਦੇ ਸੀ ਆਪਣੇ ਟਰੱਕ ਦੇ ਵਿੱਚ ਲਿਜਾ ਕੇ, ਤੇ ਉਹੀ ਮਤਲਬ ਬੱਚੇ ਨਾਲ ਪਿਆਰ ਪੈ ਜਾਣਾ। ਸਾਡਾ ਵੀ ਸੁਪਨਾ ਸੀ ਕਿ ਆਰਮੀ ਦੇ ਵਿੱਚ ਜਾਈਏ, ਪਰ ਸਾਡਾ ਨਹੀਂ ਹੋ ਪਾਇਆ। ਚੁੰਨੀ ਕਲਾਂ ਥਰੂ ਆਊਟ, ਔਰ ਜਦੋਂ ਆਪਾਂ ਇੱਥੇ ਗੱਲ ਕਰਦੇ ਹਾਂ ਮੁੱਖ ਕੈਂਪਸ ਬੜੂ ਸਾਹਿਬ ਦੇ ਵਿੱਚ, ਕਿਸ ਤਰੀਕੇ ਦੀਆਂ ਤਿਆਰੀਆਂ, ਕਿੰਨੇ ਬੱਚੇ ਨਿਕਲ ਰਹੇ ਨੇ? ਔਰ ਕਿਉਂਕਿ ਤੁਸੀਂ ਇੱਕ ਜ਼ਿਕਰ ਕੀਤਾ ਸੀਗਾ ਕਿ ਬੇਟੀਆਂ ਲਈ, ਬੱਚੀਆਂ ਲਈ ਖਾਸ ਤੌਰ ਦੇ ਉੱਤੇ ਆਰਮੀ ਦੇ ਵਿੱਚ ਨਰਸਿੰਗ ਸਰਵਿਸ ਹੈ, ਮੈਡੀਕਲ ਸਰਵਿਸਿਜ਼ ਹੈ, ਉਹ ਕਿੱਦਾਂ ਆਪਾਂ ਬੱਚਿਆਂ ਨੂੰ ਤਿਆਰ ਕੀਤਾ? ਕਿੰਨੇ ਕੁ ਬੱਚੇ ਤਿਆਰ ਹੋ ਰਹੇ ਨੇ? ਇਸ ਵੇਲੇ ਤਕਰੀਬਨ 2 ਬੈਚ ਨੇ ਜੀ। ਇੱਕ ਤਾਂ ਤਕਰੀਬਨ 12 ਦਾ ਹੈਗਾ, ਇੱਕ 10 ਹੈ ਜੀ। ਸੋ ਉਹਦੇ ਵਿੱਚ ਸਿਰਫ ਇਹ ਹੈਗਾ ਕਿ ਪਿਛਲੇ 1.5 ਸਾਲ ਤੋਂ ਜਿਹੜਾ ਕੋਵਿਡ ਦਾ ਮਾਮਲਾ ਚੱਲਿਆ, ਇਹਦੇ ਕਰਕੇ ਆਨਲਾਈਨ ਪੜ੍ਹਾਈ ਸ਼ੁਰੂ ਹੋਈ। ਇਸ ਤਿਆਰੀ ਲਈ ਆਨਲਾਈਨ ਇਜ਼ ਓਨਲੀ ਵਨ ਪਾਰਟ, ਬਟ ਆਈ ਥਿੰਕ ਫਿਜ਼ੀਕਲ ਕੰਟੈਕਟ ਦੀ ਜਿਹੜੀ ਐਜੂਕੇਸ਼ਨ ਹੈਗੀ ਆ, ਫਿਜ਼ੀਕਲ ਟ੍ਰੇਨਿੰਗ ਵਾਲੀ, ਦੈਟ ਇਜ਼ ਆਲਸੋ ਵੈਰੀ ਵੈਰੀ ਇੰਪੋਰਟੈਂਟ, ਜਿਹੜੀ ਕਿ ਥੋੜੀ ਘਾਟ ਹੋਈ ਸਾਨੂੰ। ਜੀ ਬਿਲਕੁਲ ਜੀ। ਔਰ ਇਸ ਘਾਟ ਦੇ ਹੁੰਦਿਆਂ ਹੋਇਆਂ ਵੀ ਐਰਕੀ ਸਾਡਾ ਇੱਕ ਬੱਚਾ ਉੱਥੋਂ ਹਰਮਨਜੋਤ ਸਿੰਘ ਉਹ ਪਾਸ ਹੋ ਗਿਆ। ਔਰ ਸਭ ਤੋਂ ਫਖਰ ਵਾਲੀ ਗੱਲ ਤੇ ਕਿ ਬੜੂ ਸਾਹਿਬ ਤੋਂ ਵੀ ਇੱਕ ਬੱਚੀ ਪਹਿਲੀ ਵਾਰ ਇੰਡੀਆ ਨੇ ਖੁੱਲ੍ਹਣਾ ਹੈਗਾ ਫॉर ਗਰਲਸ, ਐਂਡ ਸ਼ੀ ਇਜ਼ ਪਾਸਡ। ਮੈਂ ਤੇ ਉਸ ਬੱਚੀ ਨੂੰ ਆ ਕੇ ਸਲੂਟ ਮਾਰਿਆ, ਮੈਂ ਕਿਹਾ ਬੱਚਾ ਤੇਰੇ ਅੱਗੇ ਤੇ ਕੋਈ ਹੋ ਨਹੀਂ ਸਕਦਾ। ਕੀ ਬਾਤ ਹੈ। ਔਰ ਵਾਹਿਗੁਰੂ ਜੀ ਮਿਹਰ ਕਰਨਗੇ, ਤੂੰ ਅੱਗੇ ਵੀ ਜਾਏਂਗੀ। ਜਸਟ ਫॉर ਇਨਫੋਰਮੇਸ਼ਨ, we have more than 2,500 women officers in the Air Force. Yeah. As fighter pilots. Okay. As transport pilots, flying those big bird C-17 Globemaster. Ji. Flying the helicopters. Engineers, logisticians, administrators, educationists. Very good. And medical. Army has approximately 2,000. Figure can vary up and down, and Navy little lesser. And personal experience, because I've been in the Air Force, we are very proud of our women officers, their contribution. And let me tell you, the training is same as for boys. The boys together. They are staying separate, eating separate, but training is all together. Because once you join the armed forces, we don't look at your religion, your this thing, and even duty-wise, considering their biological factor, duty-wise also they are just there. They commanded the parades, thousands of men under their command. So women can do a lot. ਚੁੰਨੀ ਕਲਾਂ ਜਦੋਂ ਆਪਾਂ ਹੁਣ ਪ੍ਰੈਕਟੀਕਲੀ ਗੱਲ ਕਰਦੇ ਹਾਂ, ਤਾਂ ਚੁੰਨੀ ਕਲਾਂ ਦੇ ਵਿੱਚ ਕਿਸ ਤਰੀਕੇ ਦੀ ਡਿਫੈਂਸ ਸਰਵਿਸਿਜ਼ ਦੀਆਂ ਤਿਆਰੀਆਂ ਕਰਵਾਈਆਂ ਜਾ ਰਹੀਆਂ ਨੇ? ਦੇਖੋ ਉਸ ਇਸ ਤਰ੍ਹਾਂ ਹੈ ਕਿ ਵੀ ਹੈਵ ਐਕਸ ਹਵਲਦਾਰ ਹੂ ਇਜ਼ ਅ ਹੋਸਟਲ ਇੰਚਾਰਜ ਟੂ ਸਟਾਰਟ ਵਿਦ। ਫਿਰ ਸਾਡੇ ਬ੍ਰਿਗੇਡੀਅਰ ਸਾਹਿਬ ਨੇ ਵਿਕਰਮ ਗੋਸਵਾਮੀ ਜੀ, ਜਿਹੜੀਆਂ ਅਕੈਡਮਿਕ ਕਲਾਸਿਸ ਨੇ, ਬਿਕੋਜ਼ CBSE ਦਾ ਐਗਜ਼ਾਮ ਜੀ ਹਾਂਜੀ, ਉਹਦੀਆਂ ਸੈਪਰੇਟ ਕਲਾਸਿਸ ਚੱਲਦੀਆਂ ਨੇ। ਉਸ ਤੋਂ ਇਲਾਵਾ ਕਲਾਸਿਸ ਆਫ ਇੰਗਲਿਸ਼ ਫੋਕਸ, ਪਬਲਿਕ ਸਪੀਕਿੰਗ ਜੀ, geopolitics, general knowledge across the world, not just मैं पंजाब की की हो रहा है उत्तर, across the country, around the world, general knowledge, and the physical, PT, parade, obstacles, everything they do. As a matter of fact, we have made a video also, which we will share with you, and in case later on you have time, visit that academy and see for yourself. Sure. How ਇਹਦੇ ਵਿੱਚ ਤੁਹਾਨੂੰ ਐਗਜ਼ਾਮਪਲ ਦੇਣਾ ਚਾਹੁੰਦਾ, ਜਦੋਂ ਬੱਚੇ ਆਏ ਸੀ ਨਾ ਜੀ, ਤੇ ਉਹਨਾਂ ਨੂੰ ਮੋਲਡ ਕਰਨਾ ਸ਼ੁਰੂ ਕੀਤਾ। ਇੱਕ ਦੋ ਤਾਂ ਕਹਿੰਦੇ ਸਰ ਜੀ ਅਸੀਂ ਤਾਂ ਵੀ ਕਾਂਟ ਕੋਪ ਅਪ, ਕਹਿੰਦੇ ਬੱਚੇ ਇਫ ਯੂ ਕਾਂਟ ਕੋਪ ਅਪ
ਵਾਈ ਨਾਟ, ਵਾਈ ਕਾਂਟ ਯੂ ਕੋਪ ਅਪ। ਉਹਨਾਂ ਨੂੰ ਫਿਰ ਸਮਝਾਇਆ, ਮੋਟੀਵੇਟ ਕੀਤਾ, ਉਹੋ ਹੀ ਬੱਚੇ ਫਿਰ ਲੱਗ ਗਏ ਸ਼ੁਰੂ। ਅੱਜ ਉਹੀ ਲੱਗੇ ਹੋਏ ਨੇ। ਆਫਟਰ 4 months ਜਦੋਂ ਉਹਨਾਂ ਨੂੰ ਛੁੱਟੀ ਮਿਲੀ ਥੋੜੀ, ਪਿੰਡ ਗਏ ਆਪਣੇ ਘਰੋਂ ਘਰੀ, ਤੇ ਉੱਥੇ ਰਹਿ ਕੇ ਆਏ 10 ਦਿਨ ਜਾਂ 15 ਦਿਨ ਜੋ ਵੀ ਸੀਗਾ, ਪੇਰੈਂਟਸ ਦੀ ਕਾਲਸ ਆਈਆਂ, ਅਸੀਂ ਤੇ ਇਹ ਬੱਚੇ ਨੂੰ ਪਛਾਣ ਨਹੀਂ ਸਕੇ, ਪਹਿਲਾਂ ਕਿਹੋ ਜਿਹਾ ਤੇ ਹੁਣ ਕਿਹੋ ਜਿਹਾ ਹੋ ਗਿਆ, ਤੁਸੀਂ ਤੇ ਚੇਂਜ ਕਰਤਾ ਇਹਨੂੰ। ਵੈਰੀ ਗੁੱਡ। ਸੋ ਮੇਕਸ ਲੋਟ ਡਿਫਰੈਂਸ। ਬੇਸਿਕ ਜਿਹੜਾ ਹੈਗਾ ਸਿੱਖੀ, ਆਪਣੇ ਮਰਿਆਦਾ, ਉਹ ਸਭ ਕੁਝ ਹੈਗੀ ਉੱਥੇ ਕਾਇਮ ਉਹਦੇ ਨਾਲ, ਤੇ ਉਹਦੇ ਨਾਲ ਨਾਲ ਦੂਜਾ ਵੀ ਚੀਜ਼ ਆਪਾਂ ਕਿੰਨਾ ਸੰਤ ਸਿਪਾਹੀ। ਸੰਤ ਸਿਪਾਹੀ ਉਹੀ ਲਕਬ ਜਿਹੜਾ ਦਸ਼ਮੇਸ਼ ਪਿਤਾ ਦੇ ਲਈ ਵਰਤਿਆ ਜਾਂਦਾ। ਸਰ ਮੇਰਾ ਇੱਕ ਕੁਐਸਚਨ ਹੈ ਕਿ ਅਸੀਂ ਆਪਣੀਆਂ ਸਾਰੀਆਂ ਅਕੈਡਮੀਜ਼ ਦੇ ਵਿੱਚ ਜਾਂ ਯੂਨੀਵਰਸਿਟੀ ਦੇ ਵਿੱਚ ਕਿੰਨਾ ਕੁ ਫਿਊਚਰ ਦੇਖਦੇ ਆ ਆਰਮੀ ਸਰਵਿਸਿਜ਼ ਦੇ ਵਿੱਚ, ਸਾਡੇ ਕਿੰਨੇ ਕੁ ਬੱਚੇ ਆ ਸਕਦੇ ਆ, ਜਾਂ ਇਸ ਟ੍ਰੇਨਿੰਗ ਦਾ ਫਿਊਚਰ ਕੀ ਨਿਕਲਣ ਵਾਲਾ ਆਉਣ ਵਾਲੇ ਸਮੇਂ ਦੇ ਵਿੱਚ? ਮੇਰੇ ਖਿਆਲ ਨਾਲ ਬੜਾ ਪੋਜ਼ਿਟਿਵ ਹੈ, ਕਿਉਂਕਿ ਦੇਖੋ ਸਿਰਫ ਆਪਣੇ ਅਕਾਲ ਅਕੈਡਮੀ ਹੀ ਨਹੀਂ, 2-3 ਹੋਰ ਸੰਸਥਾਵਾਂ ਨੇ, ਹਾਂਜੀ, ਜਿਹੜੀਆਂ ਸਿੱਖ ਸੰਸਥਾਵਾਂ ਜੀ, ਜਿਹੜੀਆਂ ਕਿ ਬੱਚਿਆਂ ਨੂੰ ਤਿਆਰ ਕਰ ਰਹੀਆਂ, ਕਿਉਂਕਿ ਇਹ ਘਾਟ ਸਾਨੂੰ ਮਹਿਸੂਸ ਹੋਈ ਹੈ ਕਿ ਸਾਡੇ ਬੱਚੇ ਫੌਜ ਵਿੱਚ ਕਿਉਂ ਨਹੀਂ ਜਾ ਰਹੇ, ਕੰਪੀਟੀਟਿਵ ਕਿਉਂ ਨਹੀਂ ਹੋ ਰਹੇ। ਉਹਨਾਂ ਨੂੰ ਜੇ ਅਸੀਂ ਟ੍ਰੇਨ ਕਰੀਏ, ਐਂਡ ਤੁਸੀਂ ਸਰਪ੍ਰਾਈਜ਼ ਹੋਵੋਗੇ ਕਿ ਇਹਨਾਂ ਬੱਚਿਆਂ ਚੋਂ ਵੀ ਨਿਕਲ ਕੇ ਅੱਗੇ ਗਏ ਨੇ। ਕੁਛ ਤਾਂ ਇਹ ਤੇ ਹੁਣ ਸਟਾਰਟ ਹੋਈ ਹੈ ਜੀ, ਕੁਝ ਬੱਚੇ ਪਹਿਲਾਂ ਵੀ ਟ੍ਰੇਨਿੰਗ ਬਾਹਰੋਂ ਲੈ ਕੇ ਤੇ ਜਾ ਚੁੱਕੇ ਨੇ। ਸੋ ਆਪਣੀ ਜਿਹੜੀ ਸਿੱਖੀ ਦੀ ਸਭਿਅਤਾ ਹੈਗੀ ਆ, ਉਹਨੂੰ ਨਹੀਂ ਭੁੱਲਿਓ, ਬਟ ਨਵੇਂ ਸਿਸਟਮ ਅਡਾਪਟ ਕਰ ਲਿਆ। ਇਹੀ ਚੰਗੀ ਗੱਲ ਹੈ। ਅਸੀਂ ਹਰ ਪਾਸੇ ਮਰਜ ਹੋਣਾ ਹੈ। ਯੂ ਹੈਵ ਟੂ ਅਡਾਪਟ। ਔਰ ਟ੍ਰੇਨਿੰਗ ਵਿੱਚ ਇੰਨਾ ਫੋਕਸ, ਇਹਨਾਂ ਨੂੰ ਇਹੋ ਧਿਆਨ ਫੋਕਸ ਕਰੀਦਾ ਇਸ ਚੀਜ਼ ਦੇ ਕਿ ਬੱਚਿਓ ਜਿੱਥੇ ਵੀ ਤੁਸੀਂ ਪਹੁੰਚਣਾ ਹੈ, ਜਿਹੜਾ ਵੀ ਕੰਮ ਕਰਦੇ ਹੋ, ਹੁਣ ਜਿਵੇਂ ਫੌਜ ਵਿੱਚ ਆ ਗਿਆ, ਆਈ ਐਮ ਫਲਾਈਂਗ ਐਨ ਐਰੋਪਲੇਨ, ਤੇ ਇੱਕ ਦਿਨ ਮੌਕਾ ਹੋ ਸਕਦਾ ਕਿ ਦੁਸ਼ਮਣ ਮੇਰੇ ਸਾਹਮਣੇ ਆ ਤੇ ਮੈਂ ਇਸ ਪਾਸੇ ਹਾਂ, ਜਾਂ ਉਹ ਹੈ ਨਹੀਂ ਤੇ ਜਾਂ ਮੈਂ ਹੈ ਨਹੀਂ। ਫਿਰ ਹੁਣ ਤੂੰ ਇਹ ਨਹੀਂ ਕਹਿ ਸਕਦੇ ਜਾਂ ਰੁਕੀ, ਮੈਂ ਥੋੜੀ ਟ੍ਰੇਨਿੰਗ ਹੋਰ ਕਰਕੇ ਆਉਣਾ। ਓਕੇ, ਦਿਸ ਇਜ਼ ਦ ਪ੍ਰੈਕਟੀਕਲ ਥਿੰਗ। ਸੋ ਯੂ ਹੈਵ ਟੂ ਬੀ ਐਬਸੋਲੂਟਲੀ focused or clear, focused, clear, dedicated in your job, and disciplined and responsible. These are qualities ਜਿਹਨਾਂ ਦੇ ਤੁਸੀਂ ਬੜਾ ਧਿਆਨ ਦਿੰਦੇ ਆ, and you should be confident of yourself. ਤੇ why not? ਬਾਕੀ ਆਪਣੇ ਕੰਮ ਤੁਸੀਂ ਨਿਸ਼ਠਾ ਦੇ ਨਾਲ ਕਰੋ, ਮਨ ਲਾ ਕੇ ਕਰੋ, ਧਿਆਨ ਕਰੋ, ਬਾਕੀ ਵਾਹਿਗੁਰੂ ਦੇ ਛੱਡ ਦਿਓ, ਬਿਲਕੁਲ ਠੀਕ ਹੋ। ਸਰ ਮੈਂ ਨਾ ਇੱਕ ਛੋਟੀ ਜਿਹੀ ਜਾਣਕਾਰੀ ਲੈਣਾ ਚਾਹੁੰਦਾ ਸੀਗਾ, ਮਤਲਬ ਦਰਸ਼ਕਾਂ ਦੇ ਲਈ ਵੀ। ਆਪਾਂ ਜ਼ਿਕਰ ਕਰ ਰਹੇ ਸੀਗੇ ਚੱਲਦੀਆਂ ਗੱਲਾਂ ਦੇ ਵਿੱਚ ਕਿ ਬਹੁਤ ਸਾਰੇ ਬੱਚੇ, ਬਹੁਤ ਸਾਰੇ ਲੋਕ ਇੱਦਾਂ ਦੇ ਨੇ ਜਿਨ੍ਹਾਂ ਦੀਆਂ ਨਾ ਤਾਂ ਫਾਈਨੈਂਸ਼ੀਅਲ ਕੰਡੀਸ਼ਨਸ ਗੁੱਡ ਨੇ, ਘਰਾਂ ਦੇ ਵਿੱਚ ਟ੍ਰੈਜਡੀਜ਼ ਹੋ ਚੁੱਕੀਆਂ ਨੇ, ਫੈਮਲੀਜ਼ ਖਤਮ ਹੋ ਗਈਆਂ, ਇਕੱਲੇ ਬੱਚੇ ਰਹਿ ਗਏ, ਜਾਂ ਹੋਰ ਬੜਾ ਕੁਝ ਲਾਈਫ ਦੇ ਵਿੱਚ ਹੋਇਆ। ਕੀ ਆਪਣੇ ਕੋਲੇ ਇੱਦਾਂ ਦੇ ਬੱਚੇ ਵੀ ਹੈਗੇ ਆ ਜਿਹੜੇ ਬੱਚੇ ਮਤਲਬ ਧੱਕ ਦਿੱਤੇ ਗਏ ਬਿਲਕੁਲ ਔਨ ਦਾ ਸਪੌਟ, ਹਾਸ਼ੀਏ ਦੇ ਉੱਤੇ, ਤੇ ਉਹ ਇੱਥੋਂ ਐਜੂਕੇਸ਼ਨ ਲੈ ਰਹੇ ਹੋਣ, ਇੱਥੋਂ ਜ਼ਿੰਦਗੀ ਨੂੰ ਸਿੱਖ ਰਹੇ ਹੋਣ, ਇੱਥੋਂ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਹੋਣ? ਇੱਥੇ ਹੁਣ ਦੇਖੋ, ਇਨ ਨਾਟ ਓਨਲੀ ਬੜੂ ਸਾਹਿਬ, but in the different academies there are large number of students who are in charity, ਜਿਹਦੇ ਲਈ ਕੋਈ ਨਾ ਕੋਈ ਕੰਟਰੀਬਿਊਟ ਕਰ ਰਿਹਾ ਹੈਗਾ, ਹਾਂਜੀ, ਐਂਡ ਉਹਨਾਂ ਦੀ ਇੱਕ ਕਿਸਮ ਦੀ ਫ੍ਰੀ ਸੇਵਾ ਹੋ ਰਹੀ ਆ, ਤਾਂ ਕਿ ਉਹ ਬੱਚੇ ਉਸ ਮਾਹੌਲ ਚੋਂ, ਜਿਸ ਬੈਕਗਰਾਊਂਡ ਹੈਗਾ ਉਹਨਾਂ ਦਾ, ਉਹਦੇ ਵਿੱਚ ਨਾ ਫਸ ਜਾਣ, ਅੱਗੇ ਐਜੂਕੇਟ ਹੋਣ ਤੇ ਵਧਣ ਕਿਸੇ ਵੀ ਲਾਈਨ ਦੇ ਵਿੱਚ, ਬਾਈ ਟੂ ਪੋਲਿਸ਼ them up, ਹਾਂਜੀ। ਤੇ ਫਾਈਨੈਂਸ਼ੀਅਲ ਕੰਸਟ੍ਰੇਂਟ ਤੇ ਨੈਚੁਰਲੀ ਹੋਣਗੀਆਂ, ਬਿਲਕੁਲ, ਤੇ somebody is contributing। ਉਸ ਲਈ ਅਸੀਂ ਪ੍ਰਚਾਰ ਵੀ ਕਰਦੇ ਹਾਂ, ਆਈ ਮੀਨ ਦ ਸੈਂਸ ਸੰਸਥਾ ਪ੍ਰਚਾਰ ਕਰਦੀ ਹੈਗੀ ਆ। ਬਾਬਾ ਜੀ ਦੇ ਬਚਨ ਨੇ ਕਿ ਮੈਨੂੰ ਮੰਗਤਾ ਵੀ ਬਣਾ ਦਿੱਤਾ, ਮੈਂ ਥਾਂ ਥਾਂ ਤੇ ਜਾ ਕੇ ਘੁੰਮਿਆ, ਅਮਰੀਕਾ, ਕੈਨੇਡਾ, UK, ਲੋਕਾਂ ਨੂੰ ਸਮਝਾਇਆ ਆਹ ਸੰਸਥਾ ਸ਼ੁਰੂ ਕਰਨੀ ਹੈਗੀ ਆ, ਤੇ ਫੰਡਸ ਇਕੱਠੇ ਕੀਤੇ ਤੇ ਆਹ ਬਣਾਇਆ, ਤੇ ਉਹਦੇ 'ਚ ਹੁਣ ਬੱਚੇ ਵੀ ਕਿੰਨੇ ਜਿਹਨੂੰ ਚੈਰਿਟੀ। ਦੇਖੋ ਸਰ, ਕਿੰਨੀ ਪਾਕ ਸਾਫ ਰੂਹ ਹੋਣਗੇ ਜਿਹੜੇ ਇਹ ਗੱਲ ਔਨ ਕੈਮਰਾ ਅਸੈਪਟ ਕਰਦੇ ਆ ਕਿ ਮੈਨੂੰ ਬੈਗਰ ਬਣਾਤਾ, ਮੈਨੂੰ ਮੰਗਤਾ ਬਣਾਤਾ, not for himself, not for ਕੋਈ ਫੈਮਿਲੀ, ਕੋਈ ਕੁਝ, ਕਿਸੇ ਲਈ ਕੁਝ ਨਹੀਂ, for a good cause, for a ਵਾਹਿਗੁਰੂ ਜੀ ਦੀ cause। ਫੈਂਟੈਸਟਿਕ। ਇਹੋ ਜਿਹੇ ਉਦਾਹਰਣ ਬਹੁਤ ਘੱਟ ਮਿਲਣਗੇ, ਬਹੁਤ ਘੱਟ। ਸਰ, your last words to
ਦ ਵਰਲਡ, ਜਿਹੜੇ ਸਾਨੂੰ ਦੇਖ ਰਹੇ ਨੇ, ਜਿਹੜੇ ਵਿਦੇਸ਼ਾਂ 'ਚ ਬੈਠੇ ਨੇ ਖਾਸ ਤੌਰ ਦੇ ਉੱਤੇ, ਜਿਹੜੇ ਬਹੁਤ ਕੰਟਰੀਬਿਊਟ ਕਰ ਰਹੇ ਨੇ, ਉਹਨਾਂ ਲਈ ਤੁਹਾਡੇ ਵੱਲੋਂ ਕੁਝ ਭਾਵਨਾਵਾਂ, ਤੁਹਾਡੇ ਵੱਲੋਂ ਕੁਝ ਸ਼ਬਦ, ਤਾਂ ਜੋ ਆਪਾਂ ਇਸ ਕਾਰਜ ਨੂੰ ਨਿਰਵਿਘਨ ਅੱਗੇ ਲੈ ਕੇ ਜਾ ਸਕੀਏ, ਕਿਉਂਕਿ ਸਰੀਰਕ ਰੂਪ 'ਚ ਬਾਬਾ ਜੀ ਬੇਸ਼ੱਕ ਨਹੀਂ ਹੈਗੇ, ਉਹ ਘਾਟ ਰੜਕਦੀ ਰਹਿਣੀ, ਪਰ ਉਹ ਕਾਰਜ ਤਾਂ ਚੱਲਦਾ ਰਹੇਗਾ। ਉਹ ਕਾਰਜ ਨੂੰ ਤਾਂ ਆਪਾਂ ਰੋਕ ਨਹੀਂ ਸਕਦੇ। ਸੋ ਪਲੀਜ਼ ਉਸ ਕਾਰਜ ਨੂੰ ਬਾਬਾ ਜੀ ਨੇ ਜੋ ਕਾਰਜ ਸ਼ੁਰੂ ਕੀਤਾ ਹੈ, ਮੇਰੇ ਖਿਆਲ ਨਾਲ ਜਿੰਨੇ ਵੀ ਲੋਕ ਦੇਖ ਰਹੇ ਨੇ ਇਹ ਪ੍ਰੋਗਰਾਮ, ਉਹਨਾਂ ਅੱਗੇ ਰਿਕੁਐਸਟ ਹੈ ਕਿ ਤੁਸੀਂ ਫਾਈਨੈਂਸ਼ੀਅਲ ਤਰੀਕੇ ਦੇ ਨਾਲ ਸਪੋਰਟ ਕਰ ਸਕਦੇ ਹੋ, ਕਿਉਂਕਿ ਕਿੰਨੇ ਬੱਚੇ ਹੈਗੇ ਜਿਨ੍ਹਾਂ ਦੇ ਘਰ ਦੇ ਹਾਲਾਤਾਂ ਕਾਫੀ ਖਰਾਬ ਨੇ। ਇਹ ਬਹੁਤ ਵੱਡਾ ਚੈਲੰਜ ਹੈ ਇਸ ਵੇਲੇ ਮੈਨੇਜਮੈਂਟ ਦੇ ਕੋਲ, ਦ ਫੰਡ ਸਿਚੁਏਸ਼ਨ। ਐਂਡ ਮੇਰੀ ਪਰਸਨਲ ਰਿਕੁਐਸਟ ਹੈਗੀ ਇਸ ਚੀਜ਼ ਦੇ ਉੱਤੇ ਕਿ ਜਿੰਨਾ ਤੁਸੀਂ ਕੁਝ ਫਾਈਨੈਂਸ਼ੀਅਲ ਕੰਟਰੀਬਿਊਸ਼ਨ ਕਰ ਸਕੋ, ਜਿੱਥੇ ਵੀ ਬੈਠੇ ਹੈਗੇ ਹੋ ਇਨ ਅਦਰ ਕੰਟਰੀਜ਼ ਔਰ ਈਵਨ ਵਿਦਨ ਦ ਕੰਟਰੀ, ਵਿਦਨ ਇੰਡੀਆ, ਪਲੀਜ਼ ਡੂ ਇਟ। ਐਂਡ ਆਈ ਵੁਡ ਰਿਕੁਐਸਟ ਕਿ in case you can send your children here, come and see these places, come and see ਬੜੂ ਸਾਹਿਬ ਕਿ ਕਿਹੋ ਜਿਹੀ ਸਿਚੁਏਸ਼ਨ ਤਿਆਰ ਕੀਤੀ ਬਾਬਾ ਜੀ ਨੇ, and let's support it in every possible way. ਮੈਂ ਸਰ ਦੀ ਗੱਲ ਨਾਲ ਬਿਲਕੁਲ ਇਤਫਾਕ ਰੱਖਦਾ ਹੋਇਆ ਇੱਕ ਛੋਟੀ ਜਿਹੀ ਗੱਲ ਤੁਹਾਨੂੰ ਕਹਿਣੀ ਚਾਹਾਂਗਾ। ਜ਼ਰੂਰ ਇੱਥੇ ਵਿਜ਼ਿਟ ਕਰੋ, ਪਰ ਉਹ ਕਹਿੰਦੇ ਆ ਨਾ, ਖਾਸ ਤੌਰ ਦੇ ਉੱਤੇ ਪੰਜਾਬੀਆਂ ਲਈ, ਆਪਣੇ ਲਈ ਇਹ ਗੱਲ ਕਹੀ ਜਾਂਦੀ ਹੈ ਕਿ ਪੰਜਾਬੀ ਨਾ ਦੁਨੀਆ ਦੇ ਕਿਸੇ ਵੀ ਕੋਨੇ 'ਚ ਹੋਵੇ, ਉਸ ਨੂੰ ਇੱਕ ਦਸਤਾਰਧਾਰੀ ਬੰਦਾ ਨਜ਼ਰ ਆਉਣਾ ਚਾਹੀਦਾ। ਉਹਨੂੰ ਲੱਗਦਾ ਕਿ ਮੈਨੂੰ ਮੇਰਾ ਪਿੰਡ, ਮੇਰਾ ਪਰਿਵਾਰ ਹੀ ਮਿਲ ਗਿਆ। ਸੋ ਤੁਸੀਂ ਇਹ ਇਮੇਜਿਨ, ਕਲਪਨਾ ਕਰਕੇ ਦੇਖੋ ਕਿ ਦੁਨੀਆ ਦੇ ਕਿਸੇ ਹਸਪੀਟਲ 'ਚ ਜਾਂਦੇ ਹੋ ਤੁਸੀਂ, ਕਿਸੇ ਵੀ ਕੰਟਰੀ ਦੇ ਵਿੱਚ ਕਿਸੇ ਹਸਪੀਟਲ ਜਾਂਦੇ ਹੋ, ਤੁਹਾਨੂੰ ਉੱਥੇ ਦਸਤਾਰਧਾਰੀ ਕੋਈ ਸਾਡਾ ਬੱਚਾ ਨਜ਼ਰ ਆਉਂਦਾ, ਸਿੱਖ, ਜਾਂ ਸਾਡੇ ਕੇਸਕੀ ਧਾਰਨ ਸਾਡੀ ਬੀਬੀ ਨਜ਼ਰ ਆਉਂਦੀ ਹੈ, ਕੋਈ ਲੜਕੀ ਨਜ਼ਰ ਆਉਂਦੀ ਹੈ, ਅਤੇ ਉਹ ਇਸ ਅਕੈਡਮੀ ਦੀ ਸਿਖਿਆਰਥੀ ਰਹੀ ਹੋਵੇ ਅਤੇ ਉੱਥੇ ਸੇਵਾ ਕਰ ਰਹੀ ਹੋਵੇ, ਅਤੇ ਕੰਟਰੀਬਿਊਟ ਕਰ ਰਹੀ ਹੋਵੇ, ਤਾਂ ਤੁਹਾਨੂੰ ਕਿੰਨਾ ਮਾਣ ਮਹਿਸੂਸ ਹੋਏਗਾ ਅਤੇ ਤੁਹਾਨੂੰ ਆਪਣੇ ਆਪ ਦੇ ਵਿੱਚ ਕਿੰਨੀ ਅਪਣੱਤ ਮਹਿਸੂਸ ਹੋਏਗੀ। ਇਹ ਹੈ ਜਿਹੜਾ ਇੱਕ ਕਾਰਜ ਵਿੱਢਿਆ ਕਿ ਇੱਥੋਂ ਅਸੀਂ ਸਿਖਿਆਰਥੀ, ਸਿਖਾਂਦਰੂ ਤਿਆਰ ਕਰਕੇ ਸਾਰੀ ਦੁਨੀਆ ਦੇ ਵਿੱਚ ਫੈਲਾ ਦੇਣੇ ਨੇ, ਤਾਂ ਜੋ ਉਹ ਸੇਵਾ ਦਾ ਜਿਹੜਾ ਭਾਵ ਹੈ, ਸੇਵਾ ਦਾ ਜਿਹੜਾ ਕਨਸੈਪਟ ਹੈ, ਉਸ ਕਨਸੈਪਟ ਨੂੰ ਅਸੀਂ ਲਗਾਤਾਰਤਾ ਦੇ ਕੇ ਰੱਖੀਏ। ਬੜੂ ਸਾਹਿਬ ਦੀ ਇਸ ਲਗਾਤਾਰਤਾ ਨੂੰ ਆਪਾਂ ਇਸੇ ਤਰੀਕੇ ਨਾਲ ਬਣਾਈ ਰੱਖਾਂਗੇ। ਤੁਹਾਨੂੰ ਲਗਾਤਾਰ ਇੱਥੋਂ ਦੇ ਚੱਲ ਰਹੇ ਜਿਹੜੇ ਕਾਰਜ ਨੇ ਉਹ ਦਿਖਾਉਂਦੇ ਰਹਾਂਗੇ, ਤਾਂ ਜੋ ਤੁਸੀਂ ਇਹ ਬਿਲਕੁਲ ਮਹਿਸੂਸ ਕਰ ਸਕੋ ਕਿ ਬਹੁਤ ਔਖਾ ਹੁੰਦਾ ਹੈ ਐਡੇ ਵੱਡੇ ਕਾਰਜ ਨੂੰ ਲੈ ਕੇ ਚੱਲਣਾ। ਸੋਚ ਲੈ ਕੇ ਚੱਲਣੀ ਬਹੁਤ ਔਖੀ ਹੈ, ਚਲਾਉਣਾ ਤਾਂ ਖੈਰ ਉਸ ਤੋਂ ਵੀ ਔਖਾ ਕੰਮ, ਪਰ ਵਾਹਿਗੁਰੂ ਦੀ ਬਹੁਤ ਜ਼ਿਆਦਾ ਕਿਰਪਾ ਹੈ। ਪੰਗੂ ਸਰ, ਬਹੁਤ ਧੰਨਵਾਦ, ਸ਼ੁਕਰੀਆ। ਬਹੁਤ ਸ਼ੁਕਰਗੁਜ਼ਾਰ ਹਾਂ ਆਪ ਜੀ ਦੇ ਜੀ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਆਰੇ ਦਰਸ਼ਕੋ, ਤੁਹਾਨੂੰ ਇਸ ਵਕਤ ਪੰਗੂ ਸਾਹਿਬ ਦੀ ਗੱਲਬਾਤ ਤੋਂ ਬਾਅਦ ਇੱਕ ਐਸਾ ਵਿਦਿਆਰਥੀ ਮਿਲਾਵਾਂਗੇ, ਇੱਕ ਐਸੀ ਬੱਚੀ ਮਿਲਾਵਾਂਗੇ ਜਿਸ ਨੂੰ ਮਿਲ ਕੇ ਸੱਚਮੁੱਚ ਤੁਸੀਂ ਵੀ ਮਾਣ ਮਹਿਸੂਸ ਕਰੋਗੇ ਕਿ ਪੰਥ ਦੀ ਸੇਵਾ ਦੇ ਲਈ, ਕੌਮ ਦੀ ਸੇਵਾ ਦੇ ਲਈ ਇੱਥੋਂ ਕਿਸ ਤਰੀਕੇ ਦੇ ਬੱਚੇ ਤਿਆਰ ਹੋ ਰਹੇ ਨੇ। ਉਹਨਾਂ ਦੇ ਅੰਦਰਲਾ ਆਤਮ ਵਿਸ਼ਵਾਸ ਤੁਹਾਨੂੰ ਵੀ ਮਾਣ ਮਹਿਸੂਸ ਕਰਾਏਗਾ। ਮਿਲਦੇ ਹਾਂ ਬ੍ਰੇਕ ਦੇ ਅਗਲੇ ਪਾਰ। ਬ੍ਰੇਕ ਦੇ ਇਸ ਪਾਰ ਤੁਹਾਡਾ ਸਵਾਗਤ ਹੈ। ਜਿਵੇਂ ਸਾਰਿਆਂ ਨੂੰ ਪਤਾ ਹੈ ਕਿ ਇਸ ਵਕਤ ਆਪਾਂ ਬੜੂ ਸਾਹਿਬ ਦੀ ਧਰਤੀ ਦੇ ਉੱਤੇ ਹਾਂ, ਔਰ ਸਭ ਤੋਂ ਮਹੱਤਵਪੂਰਨ ਗੱਲ ਕਿ ਬੇਸ਼ੱਕ ਬਾਬਾ ਇਕਬਾਲ ਸਿੰਘ ਜੀ ਇਸ ਵਕਤ ਸੰਸਾਰਕ ਤੌਰ ਦੇ ਉੱਤੇ ਔਰ ਸਰੀਰਕ ਤੌਰ ਦੇ ਉੱਤੇ ਸਾਡੇ ਦਰਮਿਆਨ ਨਹੀਂ ਰਹੇ, ਪਰੰਤੂ ਸਭ ਤੋਂ ਮਹੱਤਵਪੂਰਨ ਇਹ ਗੱਲ ਹੁੰਦੀ ਹੈ ਕਿ ਤੁਹਾਡੇ ਕੀਤੇ ਹੋਏ ਕਾਰਜ ਉਹ ਜ਼ਿਆਦਾ ਮਹੱਤਵਪੂਰਨ ਹੁੰਦੇ ਆ। ਬਾਬਾ ਇਕਬਾਲ ਸਿੰਘ ਜੀ ਆਪਣੀ ਸੰਸਾਰਕ ਯਾਤਰਾ ਪੂਰੀ ਕਰਕੇ ਬੇਸ਼ੱਕ ਇਸ ਸੰਸਾਰ ਤੋਂ ਚਲੇ ਗਏ ਨੇ, ਵਾਹਿਗੁਰੂ ਦੇ ਚਰਨਾਂ ਦੇ ਵਿੱਚ ਜਾ ਬਰਾਜੇ ਨੇ, ਪਰ ਉਹਨਾਂ ਦੇ ਕੀਤੇ ਹੋਏ ਕਾਰਜਾਂ ਦੇ ਰੂਪ ਦੇ ਵਿੱਚ ਜਿਹੜਾ ਇਹ ਬੂਟਾ ਲਾਇਆ ਸੀ, ਉਸ ਬੂਟੇ ਨੇ ਹੁਣ ਬੋੜ ਬਣ ਕੇ ਸੰਘਣੀ ਛਾਂ ਦੇਣੀ ਸ਼ੁਰੂ ਕੀਤੀ, ਅਤੇ ਉਸ ਦੀਆਂ ਸ਼ਾਖਾਵਾਂ, ਟਾਹਣੀਆਂ, ਪੱਤਿਆਂ ਦੇ ਰੂਪ ਦੇ ਵਿੱਚ ਜਦੋਂ ਅਸੀਂ 130 ਅਕੈਡਮੀਆਂ ਪੂਰੇ ਭਾਰਤ ਦੇ ਵਿੱਚ, 2 ਯੂਨੀਵਰਸਿਟੀਆਂ, ਤੇ ਇਹਨਾਂ ਅਕੈਡਮੀਆਂ ਤੇ ਯੂਨੀਵਰਸਿਟੀਆਂ ਦੇ ਵਿੱਚੋਂ ਨਿਕਲ ਕੇ ਪੂਰੇ ਸੰਸਾਰ ਦੇ ਵਿੱਚ ਫੈਲੇ ਸਿਖਿਆਰਥੀ, ਵਿਦਿਆਰਥੀਆਂ ਨੂੰ ਦੇਖਦੇ ਹਾਂ, ਜਿਹੜੇ ਉਸ ਕਥਨ ਨੂੰ ਸੱਚ ਕਰਦੇ ਨੇ ਕਿ ਫੈਲੇ ਵਿਦਿਆ ਚਾਨਣ ਹੋਏ, ਜਾਂ ਵਿਦਿਆ ਵਿਚਾਰੀ ਤਾਂ ਪਰਉਪਕਾਰੀ, ਤੇ ਪਰਉਪਕਾਰ ਦੇ ਰਾਹ ਤੇ ਤੁਰੇ ਹੋਏ ਨੇ। ਇਸ ਵਕਤ ਵੀ ਜਦੋਂ ਅਸੀਂ ਤੁਹਾਡੇ ਨਾਲ ਗੱਲ ਕਰ ਰਹੇ ਹਾਂ, ਮੇਰੇ ਨਾਲ ਇੱਕ ਛੋਟੀ ਜਿਹੀ ਬੱਚੀ ਆ,
ਨਾਮ ਹੈ ਗੁਰਸਮੀਤ। ਇਹ ਵੀ ਉਸੇ ਕੜੀ ਦੇ ਵਿੱਚ ਆਉਂਦੀ ਹੈ, ਉਸੇ ਸ਼ਾਖਾ, ਉਸੇ ਟਹਿਣੀ, ਉਸੇ ਪੱਤੇ ਦੇ ਰੂਪ ਦੇ ਵਿੱਚ ਆਉਂਦੀ ਹੈ ਜਿਸ ਦੀ ਪ੍ਰਾਪਤੀ ਸੱਚਮੁੱਚ ਮਾਣ ਮਹਿਸੂਸ ਕਰਨ ਵਾਲੀ ਹੈ। ਆਸ਼ੀਰਵਾਦ ਵਾਹਿਗੁਰੂ ਦਾ, ਮਿਹਨਤ ਸਦਕਾ ਬਾਬਾ ਇਕਬਾਲ ਸਿੰਘ ਜੀ ਹੋਰਾਂ ਦੀ, ਤੇ ਨਾਮ ਨਾ ਖੱਟੇਗੀ ਸਾਡੀ ਇਹ ਬੱਚੀ ਤੇ ਸਿਰ ਉੱਚਾ ਕਰੇਗੀ ਕੌਮ ਦਾ ਵੀ। ਆਓ ਪਹਿਲਾਂ ਸਵਾਗਤ ਕਰਦੇ ਹਾਂ, ਤੁਹਾਨੂੰ ਮਿਲਾਉਂਦੇ ਹਾਂ ਸਾਡੀ ਪਿਆਰੀ ਜੀ ਬੱਚੀ ਗੁਰਸਮੀਤ ਹੋਰਾਂ ਦੇ ਨਾਲ। ਗੁਰਸਮੀਤ, ਵੈਲਕਮ, ਸਵਾਗਤ ਹੈ। ਥੈਂਕ ਯੂ ਸਰ। ਕਿੱਦਾਂ, ਠੀਕ ਹੋ? ਹਾਂਜੀ, ਵਧੀਆ। ਗੁਰਸਮੀਤ ਦੀ ਪ੍ਰਾਪਤੀ ਤੁਹਾਨੂੰ ਦੱਸਣ ਤੋਂ ਪਹਿਲਾਂ ਗੁਰਸਮੀਤ ਦੇ ਜੀਵਨ ਸਫ਼ਰ ਦੇ ਉੱਤੇ ਇੱਕ ਛੋਟੀ ਜਿਹੀ ਝਾਤ ਇਸੇ ਦੀ ਜ਼ੁਬਾਨੀ ਮਰਾਉਂਦੇ ਹਾਂ। ਉਸ ਤੋਂ ਬਾਅਦ ਮੈਂ ਪ੍ਰਾਪਤੀ ਤੇ ਲੈ ਕੇ ਆਉਂਗਾ, ਕਿਉਂਕਿ ਬਹੁਤ ਮਹੱਤਵਪੂਰਨ ਪੜਾਅ ਵੱਲ ਵਧਣ ਲੱਗੀ ਹੈ ਸਾਡੀ ਇਹ ਬੱਚੀ, ਔਰ ਉਸ ਦੇ ਪਿੱਛੇ ਦੀ ਮਿਹਨਤ ਘਾਲਣਾ, ਉਹ ਸਾਰਾ ਜ਼ਿਕਰ ਗੁਰਸਮੀਤ ਦੀ ਜ਼ੁਬਾਨੀ ਹੋਏਗਾ। ਗੁਰਸਮੀਤ, ਤੁਹਾਡਾ ਅਕਾਲ ਅਕੈਡਮੀ ਬੜੂ ਸਾਹਿਬ ਦੇ ਨਾਲ ਜੁੜਨ ਦਾ ਸਬੱਬ ਕਦੋਂ ਤੋਂ ਇੱਥੇ ਹੋ, ਔਰ ਕਿੱਦਾਂ ਦਾ ਤੁਹਾਡਾ ਸਫ਼ਰ ਰਿਹਾ ਇੱਥੇ? ਮੈਂ ਛੋਟੇ ਹੁੰਦੇ ਤੋਂ ਹੀ ਇੱਥੇ ਹਾਂ। ਅਸੀਂ ਮੇਰੇ ਪੈਰੈਂਟਸ ਇੱਥੇ ਟੀਚਿੰਗ ਕਰਦੇ ਆ, ਨਾਲੋਂ ਸੇਵਾ ਕਰਦੇ ਆ ਜੀ। ਸੋ ਨਰਸਰੀ ਕਲਾਸ ਤੋਂ ਇੱਥੇ ਹੀ ਪੜ੍ਹਦੇ ਆ। ਕਿੱਦਾਂ ਰਿਹਾ ਤੁਹਾਡਾ ਐਕਸਪੀਰੀਅੰਸ ਇੱਥੇ ਗਰੋ ਹੋਣ ਦਾ, ਇੱਥੇ ਪੜ੍ਹਨ ਦਾ, ਇੱਥੇ ਐਜੂਕੇਸ਼ਨ ਦਾ? ਮਤਲਬ ਐਜੂਕੇਸ਼ਨ ਦਾ ਮਤਲਬ ਸਿਰਫ ਉਹ ਕਿਤਾਬੀ ਗਿਆਨ ਮੇਰੇ ਖਿਆਲ 'ਚ ਨਹੀਂ ਹੁੰਦਾ। ਸਿਲੇਬਸ CBSE ਦੇ ਹੋ ਸਕਦੇ ਨੇ, NCERT ਦੇ ਹੋ ਸਕਦੇ ਨੇ, ਬਾਕੀ ਸਾਰੇ ਹੋ ਸਕਦੇ ਨੇ। ਇੰਟਰਨੈਸ਼ਨਲ ਲੈਵਲ ਦੇ ਸਿਲੇਬਸ ਹੁਣ ਸਾਡੇ ਇੱਥੇ ਸਾਡੀਆਂ ਅਕੈਡਮੀਜ਼ ਦੇ ਵਿੱਚ ਪੜ੍ਹਾਉਂਦੇ, ਬਟ ਤੁਹਾਡੇ ਸਾਰਿਆਂ ਦੀ ਐਜੂਕੇਸ਼ਨ ਜਾਂ ਅਕਾਲ ਅਕੈਡਮੀ ਦੀ ਐਜੂਕੇਸ਼ਨ, ਖਾਸ ਤੌਰ ਦੇ ਉੱਤੇ ਬੜੂ ਸਾਹਿਬ ਜਿਹੜਾ ਰੂਟ ਪੁਆਇੰਟ ਹੈ, ਇੱਥੋਂ ਦਾ ਨੀਂਹ ਹੈ, ਜਿਹੜਾ ਜੜ ਹੈ, ਇੱਥੇ ਮੋਰਲ ਵੈਲਿਊਜ਼ ਸਿਖਾਈਆਂ ਜਾਂਦੀਆਂ ਨੇ, ਜੀਵਨ ਜਾਂਚ ਜਿਹਨੂੰ ਪੰਜਾਬੀ 'ਚ ਕਹਿੰਦੇ ਆ। ਤੁਹਾਨੂੰ ਕਿੱਦਾਂ ਲੱਗਦਾ, ਔਰ ਤੁਹਾਡਾ ਐਕਸਪੀਰੀਅੰਸ ਕੀ ਹੈ ਉਸ ਮਾਮਲੇ 'ਚ? ਬੜੂ ਸਾਹਿਬ ਬਹੁਤ ਹੀ ਡਿਫਰੈਂਟ ਜਗ੍ਹਾ ਹੈ। ਆਬਵੀਅਸਲੀ ਹੋਏਗੀ, ਕਿਉਂਕਿ ਅਸੀਂ ਇਸਨੂੰ ਤਪੋ ਭੂਮੀ ਕਹਿੰਦੇ ਹਾਂ। ਇੱਥੇ ਇੰਨੀਆਂ ਸਾਰੀਆਂ ਲੋਕਾਂ ਨੇ ਤਪ ਕੀਤੇ ਹੋਏ ਹੈ, ਇੰਨੀ ਜ਼ਿਆਦਾ ਸਪਿਰਿਚੁਅਲਿਟੀ ਹੈ। ਤੁਸੀਂ ਅੰਦਰ ਆਓਗੇ ਤੁਹਾਨੂੰ ਬਾਹਰ ਹੀ ਲਿਖਿਆ ਦਿਖੇਗਾ, ਵੈਲਿਊ ਆਫ ਡਿਵਾਈਨ ਪੀਸ। ਸੋ ਮਤਲਬ ਖੁਦ ਦੀ ਵਾਈਬ ਹੈ ਬੜੂ ਸਾਹਿਬ ਦੀ। ਬਟ ਜੇ ਆਪਾਂ ਐਜੂਕੇਸ਼ਨ ਦੀ ਗੱਲ ਕਰੀਏ ਤਾਂ ਅਸੀਂ ਬੋਲਦੇ ਹਾਂ ਅਸੀਂ ਵੈਲਿਊ ਬੇਸਡ ਐਜੂਕੇਸ਼ਨ ਇੰਪਾਰਟ ਕਰਦੇ ਹਾਂ ਲੋਕਾਂ ਨੂੰ। The thing is ਕਿ ਜਦੋਂ ਐਜੂਕੇਸ਼ਨ ਹੈ, ਆਪਾਂ ਇਹ ਨਹੀਂ ਬੋਲ ਸਕਦੇ ਕਿ ਉੱਥੇ ਮੋਰਲਸ ਨਹੀਂ ਹੈ, ਬਿਕਾਜ਼ whenever education comes in, morals have to come in automatically, ਵਰਨਾ ਐਜੂਕੇਸ਼ਨ ਦਾ ਕੋਈ ਮਤਲਬ ਨਹੀਂ ਬਣਦਾ ਉੱਥੇ। ਛੋਟੇ ਹੁੰਦੇ ਤੋਂ ਹਰ ਬੱਚੇ ਨੂੰ ਸਿਖਾਇਆ ਜਾਂਦਾ ਹੈ ਨੋਰਮਲ ਚੀਜ਼ਾਂ, ਬੀ ਪੋਲਾਈਟ, ਰਿਸਪੈਕਟ ਯੂਰ ਐਲਡਰਸ, ਇਹੋ ਜਿਹੀਆਂ ਚੀਜ਼ਾਂ। ਅਸੀਂ ਜਿਸ ਵੈਲਿਊਜ਼ ਦੀ ਗੱਲ ਕਰਦੇ ਹਾਂ ਉਹ ਡਾਇਰੈਕਟਲੀ ਇਹਨਾਂ ਵੈਲਿਊਜ਼ ਨਾਲ ਰਿਲੇਟਡ ਨਹੀਂ। ਅਸੀਂ ਜੋ ਵੈਲਿਊਜ਼ ਦੀ ਗੱਲ ਕਰਦੇ ਹਾਂ ਉਹ ਆਉਂਦੀਆਂ ਇੱਕ ਚੀਜ਼ ਤੋਂ ਹੈ, ਸਪਿਰਿਚੁਅਲਿਟੀ। ਅਸੀਂ ਜੋ ਇੱਥੇ ਪਾਠ ਕਰਦੇ ਹਾਂ, ਅਸੀਂ ਸਵੇਰੇ ਉੱਠ ਕੇ 4:30 ਵਜੇ ਜਿਹੜਾ ਅਸੀਂ ਨਿਤਨੇਮ ਕਰਦੇ ਹਾਂ, ਸ਼ਾਮ ਨੂੰ ਟਾਈਮ ਤੇ ਅਸੀਂ ਰਹਿਰਾਸ ਕਰਦੇ ਹਾਂ, ਸੌਣ ਤੋਂ ਪਹਿਲਾਂ ਅਸੀਂ ਸੋਹਿਲਾ ਸਾਹਿਬ ਕਰਦੇ ਹਾਂ। ਇਹ ਜਿੰਨਾ ਅਸੀਂ ਪਾਠ ਕਰਦੇ ਹਾਂ ਉਹਨਾਂ ਨਾਲ ਜਿਹੜੀਆਂ ਵੈਲਿਊਜ਼ ਆਉਂਦੀਆਂ ਉਹ ਵੈਲਿਊ ਬੇਸਡ ਐਜੂਕੇਸ਼ਨ ਹੈ। ਕਿਉਂਕਿ ਆਪਾਂ ਬੱਚਿਆਂ ਨੂੰ ਸਿਖਾ ਸਕਦੇ ਹਾਂ ਕਿ ਤੁਸੀਂ ਦੂਜਿਆਂ ਦੀ ਰਿਸਪੈਕਟ ਕਰੋ, ਜਿੰਨੇ ਛੋਟੇ ਬੱਚੇ ਨੂੰ ਸਿਖਾਓਗੇ ਉਹ ਸਿੱਖ ਜਾਏਗਾ। ਬਟ ਲੋਕਾਂ ਵਿੱਚ ਕੰਪੈਸ਼ਨ ਲੈ ਕੇ ਆਉਣਾ, ਇਹੋ ਜਿਹੀਆਂ ਕੁਆਲਿਟੀਜ਼, ਉਹਨਾਂ 'ਚ ਕਾਈਂਡਨੈਸ ਹੋਣੀ ਅੰਦਰੋਂ ਹੀ, ਇਹੋ ਜਿਹੀਆਂ ਚੀਜ਼ਾਂ ਅੱਜ ਕੱਲ੍ਹ ਲੋਕੀ ਮੈਡੀਟੇਸ਼ਨ ਤੋਂ ਲੱਭਦੇ ਆ। ਜੇ ਤੁਸੀਂ ਦੇਖੋ ਹੁਣ ਫੋਰਨ ਕੰਟਰੀਜ਼ ਹੈ, ਇੰਨੇ ਲੋਕ ਮੈਡੀਟੇਸ਼ਨ ਵੱਲ ਜਾ ਰਹੇ ਆ। ਲੋਕੀ ਕਹਿੰਦੇ ਕਿ ਜਿਵੇਂ ਮੋਸਟਲੀ ਆਪਣੀ ਕ੍ਰਿਸਚੈਨਿਟੀ ਬਹੁਤ ਪ੍ਰੋਮੀਨੈਂਟ ਹੈ ਅੱਜ ਕੱਲ੍ਹ, ਕਿਉਂਕਿ ਜਿਹੜੇ ਲੋਕ ਬਹੁਤ ਸਫਲਤਾ ਪ੍ਰਾਪਤ ਕਰ ਰਹੇ ਅੱਜ ਕੱਲ੍ਹ ਉਹ ਸਾਰੇ ਕ੍ਰਿਸਚੈਨਿਟੀ ਤੋਂ ਆਉਂਦੇ ਆ। ਤਾਂ ਉਹ ਲੋਕ ਕਹਿੰਦੇ ਕਿ ਸਾਡੇ ਧਰਮ ਵਿੱਚ ਸ਼ਾਇਦ ਇੰਨਾ ਮੈਡੀਟੇਟਿੰਗ ਨਹੀਂ ਹੈ, ਤਾਂ ਅਸੀਂ ਬੁੱਧਿਜ਼ਮ ਨੂੰ ਫੋਲੋ ਕਰ ਸਕਦੇ ਹਾਂ। ਜਿਵੇਂ ਜ਼ੈਨ ਬੁੱਧਿਜ਼ਮ ਹੁੰਦਾ, ਉਹ ਉਹਨਾਂ ਚੀਜ਼ਾਂ 'ਚ ਜਾਂਦੇ ਆ। ਲੋਕੀ ਸਿੱਖਿਜ਼ਮ ਫੋਲੋ ਕਰ ਰਹੇ ਆ, ਕਿਉਂਕਿ ਜਿੰਨੀ ਮੈਡੀਟੇਸ਼ਨ ਆਪਾਂ ਕਰਾਂਗੇ ਉਨਾ ਆਪਣਾ ਅੰਦਰ ਦਾ ਕੰਟਰੋਲ ਆਉਂਦਾ ਆਪਣੇ 'ਚ, ਜਿੰਨਾ ਆਪਣੇ 'ਚ ਸਹਿਜ ਸੁਭਾਅ ਹੋ ਸਕਦਾ ਹੈ, ਆਪਾਂ ਉਹਨਾਂ ਚੀਜ਼ਾਂ ਸਟੇਬਲ ਮਾਈਂਡ ਨਾਲ ਕਰ ਸਕਦੇ ਹਾਂ। ਸੋ ਇਹ ਚੀਜ਼ ਹੈ ਜੋ ਬੜੂ ਸਾਹਿਬ ਸਾਨੂੰ ਸਿਖਾਉਂਦਾ ਹੈ। ਅਸੀਂ ਜੋ ਹਰ ਰੋਜ਼ ਸਵੇਰੇ ਉੱਠ ਕੇ ਕਰਦੇ ਹਾਂ, ਜੋ ਦੁਪਹਿਰ ਨੂੰ ਕਰਦੇ ਹਾਂ, ਸ਼ਾਮ ਨੂੰ ਕਰਦੇ ਹਾਂ ਤੇ ਰਾਤ ਨੂੰ ਕਰਦੇ ਹਾਂ। ਇੰਨਾ ਹੀ ਨਹੀਂ, ਜਿਵੇਂ ਸਾਡੇ ਹੁਣ ਇੱਥੇ ਕੋਈ ਫੈਸਟੀਵਲ ਆਉਂਦਾ ਹੈ, ਵਿਸਾਖੀ ਹੋ ਗਿਆ, ਗੁਰਪੁਰਬ ਹੋ ਗਿਆ, ਅਸੀਂ ਉਹਨਾਂ 'ਚ ਕੀਰਤਨ ਕਰਦੇ ਹਾਂ, ਸ਼ਬਦ ਕਰਦੇ ਹਾਂ। ਇਹ ਚੀਜ਼ਾਂ ਸਾਨੂੰ ਐਵੇਂ ਹੈ, ਵਰਲਡਲੀ ਨੌਲੇਜ ਦੇ ਨਾਲ ਨਾਲ ਸਾਨੂੰ ਕਿਸੇ ਚੀਜ਼ ਨਾਲ ਐਂਕਰ ਕੀਤਾ ਹੋਇਆ ਬਾਬਾ ਜੀ ਨੇ ਕਿ ਤੁਸੀਂ ਜੋ ਮਰਜ਼ੀ ਕਰੋ, ਤੁਸੀਂ ਹਮੇਸ਼ਾ ਸਟੇਬਲ ਰਹੋਗੇ। ਵੈਰੀ ਗੁੱਡ। ਇਹ ਹੈ ਜੀ, ਦੇਖੋ ਇਹ ਅੰਤਰ ਤੇ ਇਹ ਫਰਕ ਸਾਫ਼ ਤੌਰ ਦੇ ਉੱਤੇ ਇਸ ਦੇ ਵਿੱਚ ਕੋਈ ਮਤਲਬ ਕੋਈ ਦੋਰਾਵਾਂ ਜਾਂ ਕੋਈ ਪੜਾਅ ਨਹੀਂ। ਜਿਹੜੀਆਂ ਗੱਲਾਂ ਇੱਕ ਮੰਝੇ ਹੋਏ ਫਿਲਾਸਫਰ ਨੇ ਕਰਨੀਆਂ ਹੁੰਦੀਆਂ ਨੇ, ਉਹ ਗੱਲਾਂ ਸਾਡੀ ਇਹ ਬੱਚੀ ਜਿਹੜੀ ਇਸ ਵਕਤ 10+2 ਦੀ ਸਟੂਡੈਂਟ ਹੈ, ਅੱਜ ਇਹਦੀ ਪ੍ਰਾਪਤੀ ਤੇ ਲੈ ਕੇ ਜਾਣਾ ਤੁਹਾਨੂੰ। ਨੈਸ਼ਨਲ ਡਿਫੈਂਸ ਅਕੈਡਮੀ NDA ਕਹਿ ਦੇਣਾ ਸੌਖਾ ਹੈ, ਲੇਕਿਨ ਉਸ ਦੇ ਵਿੱਚ ਪਾਰਟਿਸਿਪੇਸ਼ਨ ਕਰਨੀ ਜਾਂ ਕਰਨ ਲਈ ਸੋਚਣਾ ਇਹ ਬਹੁਤ ਔਖਾ ਕੰਮ ਹੈ। ਪੂਰੇ ਭਾਰਤ ਦੇ, ਹਿੰਦੁਸਤਾਨ ਦੀ ਜਦੋਂ ਗੱਲ ਕਰਦੇ ਹਾਂ ਤਾਂ ਉਸ ਦੇ ਵਿੱਚੋਂ ਕੁਝ ਇੱਕ ਚੁਣਿੰਦਾ ਔਰ ਸਿਲੈਕਟਡ ਬੱਚੇ ਹੀ ਹੁੰਦੇ ਨੇ ਜਿਹੜੇ NDA ਲਈ ਸੋਚਦੇ ਆ।
ਸੋਚਣ ਤੋਂ ਬਾਅਦ ਉਹਦੀ ਪ੍ਰੈਪਰੇਸ਼ਨ ਯਾਨੀ ਕਿ ਤਿਆਰੀ ਕਰਦੇ ਆ ਤੇ ਫਿਰ ਉਹਦਾ ਜਿਹੜਾ ਰਿਟਨ ਐਗਜ਼ਾਮ ਹੁੰਦਾ ਪ੍ਰੈਕਟੀਕਲ ਐਗਜ਼ਾਮ ਉਸ ਨੂੰ ਅਪੀਅਰ ਹੁੰਦੇ ਆ, ਉਸ ਦੇ ਵਿੱਚ ਜਾ ਕੇ ਫਿਰ ਉਸ ਤੋਂ ਅਗਲੇਰੇ ਪੜਾਅ ਜਿਹੜੇ ਆਉਂਦੇ ਆ। ਪਰ ਗੁਰਸਮੀਤ ਸਾਡੀ ਐਸੀ ਬੱਚੀ ਆ, ਇਹਨੇ NDA ਦਾ ਜਿਹੜਾ ਐਗਜ਼ਾਮ ਸੀ ਉਹ ਆ ਚੁਟਕੀ ਜਿਹੜੀ ਮੈਂ ਵਜਾਈ ਆ ਇਦਾਂ ਪਾਰ ਕਰ ਲਿਆ, ਤੇ ਉਹਦੇ ਪਿੱਛੇ ਵੀ ਇੱਕ ਕਹਾਣੀ ਹੈ। ਕੋਈ ਤਿਆਰੀ ਨਹੀਂ, ਕੋਈ ਕੁਝ ਨਹੀਂ, ਬਟ ਉਹ ਐਜੂਕੇਸ਼ਨ ਦਾ ਜਿਹੜਾ ਬੇਸ ਬਣਿਆ ਹੋਇਆ, ਜਿਹੜੀਆਂ ਗੱਲਾਂ ਹੁਣੇ ਇਸਨੇ ਕੀਤੀਆਂ ਨੇ ਉਹਨਾਂ ਗੱਲਾਂ ਦੇ ਵਿੱਚੋਂ ਨਿਕਲ ਕੇ NDA ਦੇ ਐਗਜ਼ਾਮ ਤੱਕ ਜਾਣਾ। ਕਿੱਦਾਂ ਦਾ ਸਫ਼ਰ ਸੀ ਉਹ? ਪਹਿਲਾਂ ਤਾਂ ਤੁਹਾਨੂੰ ਕੰਗ੍ਰੈਚੁਲੇਸ਼ਨ, ਬਹੁਤ ਵਧਾਈਆਂ ਕਿ ਤੁਸੀਂ ਪੰਜਾਬੀ ਕਮਿਊਨਿਟੀ ਦੇ ਨਾਲ ਬੜੂ ਸਾਹਿਬ ਦਾ ਤਾਂ ਨਾਮ ਰੋਸ਼ਨ ਕੀਤਾ, ਬਟ ਮੈਨੂੰ ਖੁਸ਼ੀ ਹੈ ਕਿ ਮੈਂ ਗੁਰਸਿੱਖ ਬੱਚੀ ਦੇ ਨਾਲ ਬੈਠਾ ਜਿਹੜੀ ਛੋਟੀ ਜਿਹੀ ਉਮਰੇ ਤੁਸੀਂ NDA ਦਾ ਮਤਲਬ ਇੱਕ ਜੰਪ ਲੈ ਕੇ ਚੱਲਿਓ। ਕਿੱਦਾਂ ਦੀ ਰਹੀ ਉਹ, ਮਤਲਬ ਕਿਵੇਂ ਸੀ ਉਹ ਸਾਰਾ? ਸੋ ਜਿਵੇਂ ਅਸੀਂ ਇੱਥੇ ਰਹਿੰਦੇ ਹਾਂ, ਸੋ ਮੈਨੂੰ ਡਿਫੈਂਸ ਬਾਰੇ ਨਾ ਪਤਾ ਨਹੀਂ ਸੀ। ਸਾਡੇ ਸਕੂਲ ਨੇ +1 ਦੀ ਐਂਡਿੰਗ 'ਚ ਇੱਕ ਪਰਸਨੈਲਿਟੀ ਟੈਸਟ ਰੱਖਿਆ ਸੀ ਸਾਰੇ ਬੱਚਿਆਂ ਲਈ। ਉਸ ਦੇ ਵਿੱਚ ਤੁਹਾਡੇ ਕੋਲ ਕਰੀਅਰ ਆਪਸ਼ਨਸ ਆਉਂਦੇ ਆ ਜਿਨ੍ਹਾਂ ਲਈ ਤੁਸੀਂ ਮੋਸਟ ਸੂਟਡ ਹੋ। ਸੋ ਮੇਰਾ ਫਰਸਟ ਤੇ ਡਿਫੈਂਸ ਆਇਆ ਸੀ। ਉਸ ਤੋਂ ਪਹਿਲਾਂ ਮੈਂ ਕਦੀ ਡਿਫੈਂਸ ਬਾਰੇ ਸੋਚਿਆ ਨਹੀਂ ਸੀ। ਤਾਂ ਮੇਰੇ ਇੱਥੇ ਫਰੈਂਡਸ ਹੈ ਕੁਝ, ਮੇਰੀ ਇੱਕ ਫਰੈਂਡ ਹੈ ਉਸਦਾ ਭਰਾ ਆਰਮੀ 'ਚ ਹੈ। ਸੋ ਉਸਨੇ ਮੈਨੂੰ ਮੋਟੀਵੇਟ ਕੀਤਾ ਸੀ, ਆਰਿਆ ਨੇ, ਕਿ ਤੂੰ ਵੀ ਇਸ ਦਾ ਐਗਜ਼ਾਮ ਦੇ। ਬਟ ਉਸ ਟਾਈਮ ਐਵੇਂ ਸੀ ਕਿ ਕੁੜੀਆਂ NDA ਦਾ ਐਗਜ਼ਾਮ ਨਹੀਂ ਦੇ ਸਕਦੀਆਂ। ਤੇ ਰੀਸੈਂਟਲੀ ਹਾਂਜੀ, ਤਾਂ ਰੀਸੈਂਟਲੀ ਪਿਛਲੇ ਸਾਲ ਹੀ ਇਹ ਲਾਅ ਪਾਸ ਹੋਇਆ ਸੀ ਕਿ ਇਸ ਸਾਲ ਕੁੜੀਆਂ NDA ਦਾ ਐਗਜ਼ਾਮ ਦੇ ਸਕਦੀਆਂ। ਬਟ ਜਦੋਂ ਇਹ ਪਾਸ ਹੋਇਆ ਉਸ ਤੋਂ ਬਾਅਦ ਰਫਲੀ 2-3 ਮੰਥ ਸੀ ਜਿਸ ਦੇ 'ਚੋਂ ਪ੍ਰੈਪਰੇਸ਼ਨ ਕਰ ਸਕਦੀਆਂ। ਬਟ ਉਹੀ ਸਾਲ ਸੀ ਸਾਡੇ ਬੋਰਡਸ ਆ ਰਹੇ ਸੀ, 1 ਮਹੀਨੇ ਬਾਅਦ ਸਾਡੇ ਪ੍ਰੀ ਬੋਰਡ ਸੀ। ਸੋ ਮੈਂ ਭਰਿਆ ਸੀ ਕਿ ਦੇਵਾਂਗੇ ਐਗਜ਼ਾਮ, ਬਟ ਐਵੇਂ ਨਹੀਂ ਸੀ ਕਿ ਕੋਈ ਅਲੱਗ ਤੋਂ ਪ੍ਰੈਪਰੇਸ਼ਨ ਕਰ ਲੈਂਦੇ ਆ, ਬਿਕਾਜ਼ ਪ੍ਰੀ ਬੋਰਡਸ ਆ ਰਹੇ ਹੈ, ਸੋ ਉਹਨਾਂ ਦੀ ਤਿਆਰੀ ਕਰਨੀ ਹੈ, ਫਿਰ ਬੋਰਡਸ ਆ ਰਹੇ ਹੈ, 2 ਮਹੀਨੇ ਬਾਅਦ ਬੋਰਡਸ ਹੋਣੇ ਸੀ ਤੁਹਾਡੇ? ਹਾਂਜੀ, ਉਸ ਤੋਂ ਬਾਅਦ ਬੋਰਡ ਸੀ ਦਸੰਬਰ ਵਿੱਚ। ਸੋ ਪ੍ਰੀ ਬੋਰਡਸ ਖਤਮ ਹੋਏ ਸੀ, ਹਜੇ ਹਫਤਾ ਹੋਇਆ ਸੀ ਤੇ ਫਿਰ NDA ਸੀ। ਤਾਂ ਐਵੇਂ ਹੈ ਕਿਉਂਕਿ NDA ਬੇਸਿਕਲੀ ਮੈਥਸ ਹੁੰਦੀ ਹੈ ਪਹਿਲਾ ਪੇਪਰ। ਸੋ ਮੈਥਸ ਹੁੰਦੀ ਹੈ +1 +2 ਦੀ। ਜੇ ਆਪਣੇ ਸਾਰੇ ਕਨਸੈਪਟਸ ਕਲੀਅਰ ਹੈ ਨਾ, ਆਪਾਂ ਨੂੰ ਚੀਜ਼ਾਂ ਪਤਾ ਹੈ ਕਿਵੇਂ ਕਰਨੀਆਂ, ਤਾਂ ਮੇਰੇ ਅਕੋਰਡਿੰਗ ਹੋ ਜਾਏਗਾ। ਤਾਂ ਮੈਂ ਉਹੀ ਚੀਜ਼ ਸੋਚ ਕੇ ਮੈਂ ਐਗਜ਼ਾਮ ਦੇਣ ਗਈ ਸੀ। ਜਿਹੜਾ ਉਸ ਵਿੱਚ 2 ਪੇਪਰ ਹੁੰਦਾ, ਦੂਸਰਾ ਪੇਪਰ ਹੁੰਦਾ ਜਨਰਲ ਐਬਿਲਿਟੀ ਦਾ। ਸੋ ਉਸ ਦੇ ਵਿੱਚ ਮੈਨੂੰ ਥੋੜਾ ਡਾਊਟ ਸੀ, ਬਿਕਾਜ਼ ਮੈਂ ਨਾਨ ਮੈਡੀਕਲ ਲਈ ਹੋਈ ਹੈ, ਇੰਨਾ ਜ਼ਿਆਦਾ ਜਨਰਲ ਅਵੇਅਰਨੈਸ ਨਾਲ ਜੁੜੇ ਨਹੀਂ ਹੋਏ ਸੀ। ਤਾਂ ਉਸ ਦੇ ਵਿੱਚ ਫਿਜ਼ਿਕਸ ਹੁੰਦੀ ਹੈ, ਕੈਮਿਸਟਰੀ ਹੁੰਦੀ ਹੈ, ਬਾਇਓਲੋਜੀ ਹੁੰਦੀ ਹੈ। ਬਾਇਓਲੋਜੀ ਮੇਰੇ ਕੋਲ ਸੀ ਨਹੀਂ +1 +2 ਵਿੱਚ। ਸੋ ਇਹ ਸਾਰੀਆਂ ਚੀਜ਼ਾਂ ਸੀ। ਉਸ ਵਿੱਚ ਇੰਗਲਿਸ਼ ਹੁੰਦੀ ਹੈ, ਇੰਗਲਿਸ਼ ਤਾਂ ਚਲੋ ਠੀਕ ਹੈ, ਉਹ ਵੀ ਹੋ ਜਾਏਗੀ। ਜਦੋਂ ਮੈਂ ਉੱਥੇ ਪੇਪਰ ਦੇ ਰਹੀ ਸੀ ਤਾਂ ਸਭ ਤੋਂ ਪਹਿਲਾਂ ਉਹ ਟਾਈਮ ਹੁੰਦਾ, ਆਪਾਂ ਐਂਟਰੀ ਦਿੰਦੇ ਹਾਂ, ਉਸ ਤੋਂ ਬਾਅਦ ਕਾਫੀ ਦੇਰ ਬਿਠਾ ਕੇ ਰੱਖਦੇ ਆ, ਥੋੜਾ ਟਾਈਮ ਮਿਲਦਾ ਰਿਲੈਕਸੇਸ਼ਨ ਲਈ। ਹਾਂਜੀ, ਤਾਂ ਉਸ ਟਾਈਮ 'ਚ ਮੈਂ ਬੈਠ ਕੇ ਪਾਠ ਕਰ ਰਹੀ ਸੀ। ਮੈਂ ਮਾਲਾ ਪਾਠ ਕੀਤਾ ਸੀ। ਮੈਂ ਕਿਹਾ ਸੀ ਪਲੀਜ਼ ਬਾਬਾ ਜੀ ਇਹ ਤਾਂ ਕਰਾ ਲਓ, ਇਸ ਲਈ ਤਾਂ ਪੜ੍ਹਿਆ ਹੀ ਨਹੀਂ ਹੋਇਆ। ਜਦੋਂ ਅਸੀਂ ਪੇਪਰ ਸ਼ੁਰੂ ਕੀਤਾ ਤਾਂ ਚਲੋ ਇੰਗਲਿਸ਼ ਦਾ ਆਉਂਦਾ ਸਭ ਤੋਂ ਪਹਿਲਾਂ, ਇੰਗਲਿਸ਼ ਤੋਂ ਬਾਅਦ ਸੋਸ਼ਲ ਸਾਇੰਸ ਸ਼ੁਰੂ ਹੋ ਜਾਂਦੀ ਹੈ। ਜੋ ਸੋਸ਼ਲ ਸਾਇੰਸ ਤੇ ਆਏ, ਮੈਨੂੰ ਅੱਜ ਤੱਕ ਇੰਨੀ ਖੁਸ਼ੀ ਕਦੀ ਨਹੀਂ ਹੋਈ, ਕਿਉਂਕਿ ਜੋ ਮੈਂ ਸੋਸ਼ਲ ਸਾਇੰਸ ਦੇ ਸਾਰੇ ਕਾਲਮਸ ਪੜ੍ਹੇ ਉਹ ਸਾਰੀ 10th ਦੀ ਸੋਸ਼ਲ ਸਾਇੰਸ ਸੀ। ਤੇ 10th ਦੀ ਸੋਸ਼ਲ ਸਾਇੰਸ ਮੈਂ ਬਹੁਤ ਅੱਛੀ ਤਰ੍ਹਾਂ ਪੜ੍ਹੀ ਹੋਈ ਸੀ, ਕਿਉਂਕਿ ਉਹ ਬੋਰਡ ਦਾ ਸਾਲ ਸੀ। ਤਾਂ ਐਵੇਂ ਸੀ, ਮੈਂ ਜੋ ਪੜ੍ਹ ਰਹੀ ਸੀ ਮੈਨੂੰ ਮੇਰੀ ਸਾਰੀਆਂ ਚੀਜ਼ਾਂ ਯਾਦ ਆ ਰਹੀਆਂ ਸੀ ਜੋ 10ਵੀਂ ਕਲਾਸ 'ਚ ਮੈਂ ਪੜ੍ਹੀਆਂ ਹੋਈਆਂ ਸੀ। ਤਾਂ ਉੱਥੇ ਬੈਠ ਕੇ ਮੈਨੂੰ ਪਹਿਲੀ ਵਾਰ ਐਵੇਂ ਹੋਇਆ, ਮੈਂ ਕੋਈ ਐਵੇਂ ਪੇਪਰ ਬਿਨਾਂ ਪ੍ਰੀਪੇਅਰ ਕਰਕੇ ਦਿੱਤਾ, ਤੇ ਉਸ ਦੇ 'ਚ ਐਵੇਂ ਲੱਗ ਰਿਹਾ ਸੀ ਕਿ ਸਾਰੇ ਉਹੀ ਕੁਐਸਚਨ ਪਾਏ ਜੋ ਮੈਨੂੰ ਆਉਂਦੇ। ਤਾਂ ਇਸ ਤਰ੍ਹਾਂ ਦੀਆਂ ਐਵੇਂ ਚੀਜ਼ਾਂ ਹੋ ਜਾਂਦੀਆਂ। ਤਾਂ ਮੈਨੂੰ ਐਵੇਂ ਲੱਗਦਾ ਹੈ ਕਿ ਅਸੀਂ ਜਿੰਨਾ ਉਹਨਾਂ ਨਾਲ ਜੁੜੇ ਹੋਏ ਹਾਂ ਬਾਬਾ ਜੀ ਨਾਲ, ਤਾਂ ਉਨਾ ਹੀ ਸਾਨੂੰ ਨਾ ਪਾਰਸ਼ੈਲਿਟੀ ਮਿਲ ਜਾਂਦੀ ਹੈ ਵਾਹਿਗੁਰੂ ਜੀ ਨਾਲ, ਸਾਡੀਆਂ ਗੱਲਾਂ ਮੰਨ ਲੈਂਦੇ, ਨੇੜੇ ਹੋਣ ਦਾ ਤੁਹਾਨੂੰ ਜ਼ਿਆਦਾ ਥੋੜਾ ਜਿਹਾ ਵਾਹਿਗੁਰੂ ਫਾਇਦਾ ਦੇ ਦਿੰਦਾ। ਹਾਂਜੀ। ਇਸ ਤੋਂ ਬਾਅਦ ਤੁਹਾਡੀ ਇੰਟਰਵਿਊ ਹੋਣੀ ਹੈ? ਹਾਂਜੀ, ਇਸ ਤੋਂ ਬਾਅਦ SSB ਦੀ ਇੰਟਰਵਿਊ ਹੁੰਦੀ ਹੈ। ਓਕੇ, ਤੇ ਤੁਸੀਂ ਹਾਊ ਡੂ ਯੂ ਸਰਵ ਦ ਨੇਸ਼ਨ? ਜੇ ਤੁਸੀਂ ਮਤਲਬ ਆਰਮੀ ਦੇ ਵਿੱਚ ਜਾ ਹੀ ਰਹੇ ਹੋ, clear is it clear that now you're not going to change your field or change your line? ਤੁਸੀਂ NDA ਹੀ ਜੁਆਇਨ ਕਰੋਗੇ? ਦੇਖੋ ਐਵੇਂ ਹੈ ਕਿ ਹੁਣ ਜਿਵੇਂ SSB ਦਾ ਇੰਟਰਵਿਊ ਹੋਏਗਾ, ਤਾਂ ਜੇ ਤਾਂ ਇਹ ਕਲੀਅਰ ਹੋ ਜਾਂਦਾ ਹੈ ਫਿਰ ਤਾਂ ਆਰਮੀ ਵਾਲੀ ਸਾਈਡ ਹੀ ਜਾਵਾਂਗੇ। ਬਟ ਕੁਝ ਕਹਿ ਨਹੀਂ ਸਕਦੇ ਨਾ। ਜਿਵੇਂ ਮੈਨੂੰ ਅਜੇ ਵੀ ਯਾਦ ਹੈ, ਬਾਬਾ ਜੀ ਪਹਿਲਾਂ ਵਿਸਾਖੀ ਤੋਂ ਬਾਅਦ ਆ ਕੇ ਉੱਥੇ ਬਚਨ ਕਰਦੇ ਹੁੰਦੇ ਸੀ, ਤਾਂ ਬਾਬਾ ਜੀ ਸਾਰੇ ਬੱਚਿਆਂ ਨੂੰ ਦੇਖ ਕੇ ਬੋਲਦੇ ਹੁੰਦੇ ਸੀ, ਇਹ ਸਾਰੇ ਮੇਰੇ ਨੰਨੇ ਮੁੰਨੇ ਦੇਵਤੇ ਹੈ, ਤੁਸੀਂ ਸਾਰਿਆਂ ਨੇ ਬਾਹਰ ਜਾ ਕੇ ਸ਼ਾਂਤੀ ਫੈਲਾਣੀ ਹੈ, ਤੁਸੀਂ ਸਾਰਿਆਂ ਨੇ ਬਾਹਰ ਜਾ ਕੇ ਸੇਵਾ ਕਰਨੀ ਹੈ, ਯੂ ਹੈਵ ਟੂ ਸਪਰੈਡ ਪੀਸ। ਸੋ ਹਰ ਇੱਕ ਦਾ ਜ਼ਰੀਆ ਅਲੱਗ ਹੋ ਸਕਦਾ ਹੈ। ਤਾਂ ਇਹ ਵੀ ਨਹੀਂ ਪਤਾ ਕਿ ਇਹ ਸੇਵਾ ਹਜੇ ਆਰਮੀ 'ਚ ਜਾ ਕੇ ਕਰਵਾਉਣਗੇ ਬਾਬਾ ਜੀ ਜਾਂ ਕਿਤੇ ਹੋਰ ਕਰਵਾਉਣਗੇ, ਬਟ ਜਿੱਥੇ ਵੀ ਕਰਾਉਣਗੇ ਸਾਨੂੰ ਇਹ ਪਤਾ ਹੈ ਕਿ ਜੋ ਇੱਥੋਂ ਸਿੱਖ ਕੇ ਗਏ ਆ, ਜਾ ਕੇ ਉੱਥੇ ਲੋਕਾਂ ਦੀ ਸੇਵਾ ਕਰਨੀ ਹੈ। ਦੁਨੀਆ 'ਚ ਜਿੰਨੀਆਂ ਆਪਾਂ ਆਪਣੀਆਂ ਵੈਲਿਊ ਸਪਰੈਡ ਕਰ ਸਕਦੇ ਹਾਂ ਉਹ ਕਰਨਾ ਹੈ।
ਇਹ ਅੰਤਰ, ਇਹ ਫਰਕ, ਮੈਨੂੰ ਹੁਣ ਸ਼ਬਦਾਂ ਦੀ ਜ਼ਰੂਰਤ ਨਹੀਂ ਹੈ। ਸ਼ਬਦ ਗੁਰਸਮੀਤ ਨੇ ਆਪਣੇ ਆਪ ਦੱਸੇ, ਇਹ ਸ਼ਬਦ ਇਹਦੇ ਅੰਦਰੋਂ ਘੜੇ ਹੋਏ ਸ਼ਬਦ ਨਹੀਂ ਹੈਗੇ, ਇਹ ਸਿਰਜਣਹਾਰ ਦੇ ਸਿਰਜੇ ਹੋਏ ਬੋਲ ਨੇ ਜਿਹੜੇ ਸਾਡੇ ਅੰਦਰੋਂ ਨਿਕਲਦੇ ਨੇ। ਉਹ ਜਿਹੜੀ ਵਾਰ-ਵਾਰ ਅਸੀਂ ਉਹ ਸ਼ਬਦ ਯੂਜ਼ ਕਰਦੇ ਹਾਂ ਅੰਗਰੇਜ਼ੀ ਦਾ, ਮੋਰਲ ਵੈਲਿਊਜ਼, ਹੈ ਨਾ, ਉਸ ਦੀ ਜਦੋਂ ਆਪਾਂ ਗੱਲ ਕਰਦੇ ਹਾਂ। ਵਕਫੇ ਦੇ ਲਈ ਰੁਕਾਂਗਾ, ਪਰ ਵਕਫੇ ਦੇ ਅਗਲੇਰੇ ਭਾਰ ਮੈਂ ਚਾਹਾਂਗਾ ਕਿ ਗੁਰਸਮੀਤ ਤੁਹਾਡੇ ਨਾਲ ਉਹ ਸਾਂਝ ਬਣਾਵੇ ਜਿਹੜੀ ਸਾਂਝ ਸਭ ਤੋਂ ਵੱਧ ਜ਼ਰੂਰੀ ਹੈ ਕਿ ਦੁਨੀਆ ਲਈ ਇਸ ਬੱਚੀ ਦਾ ਮੈਸੇਜ ਕੀ ਹੋਏਗਾ, ਬੀਇੰਗ ਦ ਪਾਰਟ ਆਫ, ਬੀ ਅ ਪਾਰਟ ਆਫ ਫੈਮਿਲੀ ਆਫ ਬੜੂ ਸਾਹਿਬ। ਮਿਲਦੇ ਹਾਂ ਬ੍ਰੇਕ ਦੇ ਅਗਲੇਰੇ ਭਾਰ। ਬ੍ਰੇਕ ਦੇ ਇਸ ਪਾਰ ਤੁਹਾਡਾ ਸਵਾਗਤ ਹੈ ਤੇ ਅਸੀਂ ਬੈਠੇ ਹਾਂ ਸਾਡੀ ਮਾਣਮੱਤੀ ਧੀ ਗੁਰਸਮੀਤ ਦੇ ਨਾਲ, ਜਿਹੜੀ ਮੈਂ ਜਿੱਦਾਂ ਪਹਿਲਾਂ ਜ਼ਿਕਰ ਕੀਤਾ ਕਿ ਉਸ ਸ਼ਾਖਾ ਦਾ ਹਿੱਸਾ ਹੈ ਜਿਹੜੀ ਸ਼ਾਖਾ ਸੰਤ ਬਾਬਾ ਤੇਜਾ ਸਿੰਘ ਜੀ ਦੇ ਨਾਲ ਚੱਲਦੀ ਸੰਤ ਬਾਬਾ ਈਸ਼ਰ ਸਿੰਘ ਜੀ ਮਸਤੂਆਣਾ ਸਾਹਿਬ ਵਾਲਿਆਂ ਦੇ ਨਾਲ ਚੱਲਦੀ ਇਹ ਦੋ ਮਹਾਨ ਸ਼ਖਸੀਅਤਾਂ ਜਿਨ੍ਹਾਂ ਦਾ ਭਾਰਤ ਦਾ ਅੱਜ ਦਾ ਜੇ ਸਿੱਖਿਆ ਖੇਤਰ ਦਾ ਕੋਈ ਮਾੜਾ ਮੋਟਾ ਲਿਪਾ ਪੋਚੀ ਵਰਗਾ ਨਾਂ ਹੈ ਤਾਂ ਆਹ ਦੋ ਮਹਾਨ ਸ਼ਖਸੀਅਤਾਂ ਸੰਤ ਬਾਬਾ ਈਸ਼ਰ ਸਿੰਘ ਜੀ, ਸੰਤ ਬਾਬਾ ਤੇਜਾ ਸਿੰਘ ਜੀ, ਉਹਨਾਂ ਤੋਂ ਅੱਗੇ ਫਿਰ ਪ੍ਰੇਰਨਾ ਲੈ ਕੇ ਬਾਬਾ ਇਕਬਾਲ ਸਿੰਘ ਜੀ, ਤੇ ਫਿਰ ਉਹ ਫੈਲਿਆ ਹੋਇਆ ਸਾਰਾ ਏਡਾ ਵੱਡਾ ਸਮੂਹ ਅਕਾਲ ਅਕੈਡਮੀਜ਼ ਦੇ ਰੂਪ ਦੇ ਵਿੱਚ ਬੜੂ ਸਾਹਿਬ ਵਾਲਿਆਂ ਦੀ। ਜਦੋਂ ਪੰਜਾਬ 'ਚ ਗੱਲ ਕਰਦੇ ਆ ਤਾਂ ਉਹ ਸਾਡੇ ਐਂ ਹੀ ਕਹਿੰਦੇ ਆ ਪੰਜਾਬ ਦੇ ਪਿੰਡਾਂ 'ਚ ਵੀ ਅੱਛਾ ਕਿਹਨਾਂ ਦੀ ਅਕੈਡਮੀ 'ਚ ਪੜ੍ਹਦੇ ਆ, ਬੜੂ ਸਾਹਿਬ ਵਾਲਿਆਂ ਦੀ। ਆਹ ਸਾਦਾ ਜਿਹਾ ਸ਼ਬਦ ਹੁੰਦਾ ਸਾਡੇ ਪੰਜਾਬ ਦੇ ਪਿੰਡਾਂ ਦਾ। ਗੁਰਸਮੀਤ ਦੇ ਨਾਲ ਬੈਠੇ ਆ, NDA ਮੇਨ ਨੇ ਕਲੀਅਰ ਕਰ ਲਿਆ। ਅਗਲੇਰੇ ਸੁਪਨੇ ਭਵਿੱਖ ਦੇ ਸ਼ੁਭ ਇੱਛਾਵਾਂ ਸਹਿਤ ਗੁਰਸਮੀਤ ਨਾਲ ਫੇਰ ਜੁੜਦੇ ਹਾਂ। ਗੁਰਸਮੀਤ, ਤੁਹਾਡਾ ਹੋਲ ਵਰਲਡ ਲਈ ਕੀ ਮੈਸੇਜ ਹੈ, ਬੀਇੰਗ ਅ ਗਰਲ, ਬੀਇੰਗ ਅ ਪਾਰਟ ਆਫ ਦਿਸ ਬੜੂ ਸਾਹਿਬ ਫੈਮਿਲੀ? ਤੁਸੀਂ ਆਪਣੇ ਵੱਲੋਂ ਕੀ ਮੈਸੇਜ ਕੰਟਰੀਬਿਊਟ ਕਰਨਾ ਚਾਹੁੰਦੇ ਹੋ ਹੋਲ ਵਰਲਡ ਨੂੰ, ਇੱਕ ਲੜਕੀ ਦੇ ਤੌਰ ਦੇ ਉੱਤੇ ਵੀ ਅੱਜ, ਕਿਉਂਕਿ ਤੁਸੀਂ ਇੱਕ ਪ੍ਰਾਪਤੀ ਵੱਲ ਵਧੇ ਹੋਏ ਹੋ, ਠੀਕ ਹੈ, ਤੇ ਮੈਂ ਚਾਹੁੰਦਾ ਕਿ ਤੁਸੀਂ ਖੁੱਲ੍ਹ ਕੇ ਆਪਣੇ ਆਪ ਨੂੰ ਐਕਸਪ੍ਰੈਸ ਕਰੋ ਟੂ ਦਾ ਹੋਲ ਵਰਲਡ। ਜੇ ਆਪਾਂ ਵਿਮਨ ਦੇ ਪਰਸਪੈਕਟਿਵ ਤੋਂ ਚੀਜ਼ਾਂ ਦੇਖੀਏ ਤਾਂ ਮੈਂ ਸ਼ੁਰੂ ਤੋਂ ਬੜੂ ਸਾਹਿਬ 'ਚ ਰਹੀ ਹਾਂ, ਤਾਂ ਜਦੋਂ ਆਪਾਂ ਵਿਮਨ ਇੰਪਾਵਰਮੈਂਟ ਦੀ ਗੱਲ ਕਰਦੇ ਆਪਾਂ ਜੈਂਡਰ ਇਕੁਐਲਿਟੀ ਦੀ ਗੱਲ ਕਰਦੇ ਹਾਂ ਤਾਂ ਮੈਨੂੰ ਛੋਟੇ ਹੁੰਦੇ ਤੋਂ ਲੱਗਦਾ ਸੀ ਕਿ ਇਹ ਚੀਜ਼ਾਂ ਦੀ ਗੱਲ ਹੋਣੀ ਨਹੀਂ ਚਾਹੀਦੀ, ਕਿਉਂਕਿ ਜੋ ਤੁਸੀਂ ਜੈਂਡਰ ਇਕੁਐਲਿਟੀ ਬਾਰੇ ਗੱਲ ਕਰੋਗੇ ਇਹਦਾ ਮਤਲਬ ਹੈ ਕੋਈ ਪ੍ਰੋਬਲਮ ਹੈ। ਬਟ ਜੇ ਆਪਾਂ ਲੌਜੀਕਲੀ ਸੋਚਿਆ ਜਾਏ ਕਿ ਵਿਮਨ ਤੇ ਮੈਨ ਇਕੁਅਲ ਕਿਉਂ ਨਹੀਂ ਹੋਣਗੇ, ਸੋ ਇਹ ਬਹੁਤ ਹੀ ਫੋਰਨ ਕਨਸੈਪਟ ਸੀ ਮੇਰੇ ਲਈ। ਜਦੋਂ ਮੈਂ ਇੱਥੋਂ ਬਾਹਰ ਗਈ ਹਾਂ ਜਾਂ ਫਿਰ ਆਪਾਂ ਨਿਊਜ਼ਪੇਪਰਸ ਚੀਜ਼ਾਂ ਪੜ੍ਹਦੇ ਹਾਂ, ਉੱਥੇ ਪਤਾ ਲੱਗਦਾ ਕਿ ਸ਼ਾਇਦ ਇਹ ਐਕਚੁਅਲ ਵੀ ਚੀਜ਼ਾਂ ਹੋ ਰਹੀਆਂ ਕਿ ਸ਼ਾਇਦ ਆਪਣੀ ਕੋਈ ਕੁਆਲਿਟੀ ਨਹੀਂ ਹੈ। ਸਭ ਤੋਂ ਬੈਸਟ ਐਗਜ਼ਾਮਪਲ ਮੈਨੂੰ ਉਦੋਂ ਮਿਲਿਆ ਸੀ ਜਦੋਂ NDA ਲਈ ਅਪਲਾਈ ਕੀਤਾ ਸੀ ਤਾਂ ਪਤਾ ਚੱਲਿਆ ਸੀ ਕਿ ਉਸੇ ਸਾਲ NDA ਗਰਲਸ ਦੀ ਖੁੱਲਿਆ ਜੀ। ਤੇ ਉਸ ਤੋਂ ਬਾਅਦ ਜੇ ਆਪਾਂ ਅੱਗੇ ਆਰਮੀ 'ਚ ਜਾਂਦੇ ਹਾਂ, ਉਸ ਦੇ ਵਿੱਚ ਬਹੁਤ ਇਹੋ ਜਿਹੀਆਂ ਉਹ ਹੈ, ਮਤਲਬ ਜਿਵੇਂ ਕੰਬੈਟ ਆਰਮਸ ਹੁੰਦਾ ਉਹਨਾਂ ਵਿੱਚ ਕੁੜੀਆਂ ਜਾ ਨਹੀਂ ਸਕਦੀਆਂ, ਕੁਝ ਪਾਰਟਸ ਹੈ ਕੰਬੈਟ ਸਪੋਰਟ ਆਰਮਸ ਦੇ ਜਿਨ੍ਹਾਂ 'ਚ ਕੁੜੀਆਂ ਜਾ ਨਹੀਂ ਸਕਦੀਆਂ। ਜਦੋਂ ਆਪਾਂ ਜੈਂਡਰ ਇਕੁਐਲਿਟੀ ਦੀ ਗੱਲ ਕਰਦੇ ਹਾਂ, ਮੈਂ ਇਹ ਨਹੀਂ ਕਹਿੰਦੀ ਕਿ ਮੁੰਡੇ ਤੇ ਕੁੜੀਆਂ ਸੇਮ ਹੈ, ਕਿਉਂਕਿ ਨਹੀਂ ਹੈ। ਹਾਂ, ਉਹ ਕੁਦਰਤ ਦੀ, ਅਸੀਂ ਕੁਦਰਤ ਦੇ ਸਿਰਜੇ ਹੋਏ ਜੀਵ ਆ ਤਾਂ ਉਹਨੇ ਉਨੀ ਕੋ ਅਲੱਗਤਾ ਰੱਖੀ ਹੈ ਸਾਰਿਆਂ ਦੀ, ਠੀਕ ਹੈ। ਬਾਇਓਲੋਜੀਕਲੀ ਜੇ ਆਪਾਂ ਦੇਖੀਏ ਸਾਰੇ ਡਿਫਰੈਂਟ ਹੈ। ਆਪਣਾ ਕੈਪੈਸਿਟੀ ਜਿੰਨੀ ਆਪਾਂ ਮੈਸਕੂਲਾਈਨ ਸਟਰੈਂਥ ਕੰਟਰੀਬਿਊਟ ਕਰ ਸਕਦੇ ਹੋ ਬਿਲਕੁਲ ਡਿਫਰੈਂਟ ਹੈ। ਤਾਂ ਜੇ ਆਪਾਂ ਡਿਫੈਂਸ ਫੋਰਸਿਸ ਦੀ ਗੱਲ ਕਰੀਏ ਤਾਂ ਉਸਦੇ 'ਚ ਜੇ obviously ਜੇ ਆਪਾਂ ਕਿਸੇ ਇਹੋ ਜਿਹੇ ਬੰਦੇ ਨੂੰ ਕੰਬੈਟ ਆਰਮਸ ਭੇਜਦੇ ਜਿਸ ਵਿੱਚ ਇੰਨੀ ਮੈਸਕੂਲਾਈਨ ਸਟਰੈਂਥ ਨਹੀਂ ਹੈ, ਉਹ ਲਾਇਬਿਲਿਟੀ ਬਣ ਸਕਦਾ ਹੈ ਨਾ। ਆਈ ਗੈਟ ਇਟ। ਤੇ ਆਪਾਂ ਆਪਣੇ ਡਿਫੈਂਸ ਫੋਰਸਿਸ ਨੂੰ ਵੀਕ ਨਹੀਂ ਕਰ ਸਕਦੇ ਜੀ, ਬਿਲਕੁਲ, ਭਾਵੇਂ ਆਪਾਂ ਜੋ ਮਰਜ਼ੀ ਸੋਸ਼ਲ ਨੋਰਮਸ ਦੀ ਗੱਲ ਕਰੀ ਚੱਲੀਏ। ਬਟ ਦ ਥਿੰਗ ਇਜ਼ ਜਿੱਥੇ ਜੈਂਡਰ ਇਕੁਐਲਿਟੀ ਆਏਗੀ ਉੱਥੇ ਹੁੰਦਾ ਇਕੁਐਲਿਟੀ ਆਫ ਓਪਰਚੁਨਿਟੀ। ਤੁਸੀਂ ਬੰਦੇ ਨੂੰ ਪੁੱਛੋ ਤਾਂ ਸਹੀ, ਤੁਸੀਂ ਕਰ ਲਓਗੇ, ਬਿਲਕੁਲ, ਤੁਸੀਂ ਉਹਨਾਂ ਨੂੰ ਚਾਂਸ ਤਾਂ ਦਿਓ। ਮੈਨੂੰ ਪਤਾ ਹੈ ਜਿਵੇਂ ਅਸੀਂ NDA 'ਚ ਜਾਵਾਂਗੇ, ਮੁੰਡੇ ਇੱਥੇ ਹੋਣਗੇ, ਕੁੜੀਆਂ ਇੱਥੇ ਹੋਣਗੀਆਂ, ਸਾਨੂੰ ਇੰਨਾ ਲੈਵਲ ਹੋਰ ਕਵਰ ਅਪ ਕਰਨਾ ਹੈ ਮੁੰਡਿਆਂ ਤੱਕ ਪਹੁੰਚਣ ਲਈ, ਪਰ ਕੋਈ ਪੁੱਛ ਹੀ ਨਹੀਂ ਰਿਹਾ ਕਰ ਲਓਗੇ, ਕੋਈ ਪੁੱਛ ਹੀ ਨਹੀਂ ਰਿਹਾ ਤੁਹਾਨੂੰ ਚੋਇਸ ਦਈਏ। ਜੇ ਅਸੀਂ ਕਰ ਲਾਂਗੇ ਤਾਂ ਸਾਨੂੰ ਸਿਲੈਕਟ ਕਰ ਲਿਓ, ਜੇ ਨਹੀਂ ਹੋਇਆ ਨਾ ਕਰਿਓ, ਪਰ ਐਟਲੀਸਟ ਓਪਰਚੁਨਿਟੀ ਤਾਂ ਮਿਲਣੀ ਚਾਹੀਦੀ ਹੈ ਨਾ ਉੱਥੇ ਤੱਕ ਪਹੁੰਚਣ ਲਈ। ਇਹਨੂੰ ਕਹਿੰਦੇ ਜੈਂਡਰ ਇਕੁਐਲਿਟੀ। ਲੋਕ ਜੈਂਡਰ ਇਕੁਐਲਿਟੀ ਫੈਮਿਨਿਜ਼ਮ ਦੀ ਗੱਲਾਂ ਕਰਦੇ, ਲੋਕ ਕਹਿੰਦੇ ਜੋ ਮੁੰਡਿਆਂ ਨੂੰ ਦੇ ਰਹੇ ਹੋ ਕੁੜੀਆਂ ਨੂੰ ਵੀ ਦਿਓ। ਇਹ ਚੀਜ਼ਾਂ ਨਹੀਂ ਹੈ, ਮਤਲਬ ਆਪਾਂ ਨੂੰ ਓਪਰਚੁਨਿਟੀਜ਼ ਦੇਣੀ ਹੈ, ਉਸ ਤੋਂ ਬਾਅਦ ਰਿਜ਼ਲਟ ਦੋਨਾਂ ਲਈ ਸੇਮ ਹੋਣਾ ਚਾਹੀਦਾ ਹੈ। ਜੇ ਨਹੀਂ ਕਰ ਪਾ ਰਹੀਆਂ ਕੁੜੀਆਂ ਇੰਨਾ, ਜੇ ਆਪਣੇ ਕੋਲ ਲਾਇਬਿਲਿਟੀ ਬਣ ਰਹੀ ਹੈ ਕਿਸੇ ਚੀਜ਼ ਨਾ ਕਰੋ। ਆਪਾਂ ਆਪਣੀ ਕੰਟਰੀ ਨੂੰ ਕਿਸੇ ਚੀਜ਼ ਡਾਊਨਫਾਲ ਨਹੀਂ ਦੇ ਸਕਦੇ। ਤਾਂ ਉਸ ਬੇਸ ਤੇ ਮੈਨੂੰ ਲੱਗਦਾ ਆਪਾਂ ਨੂੰ ਜੈਂਡਰ ਇਕੁਐਲਿਟੀ ਨੂੰ ਦੇਖਣਾ ਚਾਹੀਦਾ ਹੈ। ਬਾਕੀ ਜੇ ਆਪਾਂ ਬੜੂ ਸਾਹਿਬ ਵੱਲੋਂ ਦੇਖੀਏ ਆਪਾਂ ਕੀ ਮੈਸੇਜ ਦੇ ਸਕਦੇ ਹਾਂ ਸੋਸਾਇਟੀ ਨੂੰ, ਬਸ ਇੰਨਾ ਹੈ ਕਿ ਆਪਾਂ ਜਿੰਨਾ ਹਾਰਮਨੀ 'ਚ ਰਹਿ ਸਕੀਏ, ਆਪਾਂ ਜਿੰਨਾ
ਪੀਸਫੁਲੀ ਦੁਨੀਆ 'ਚ ਰਹਿ ਸਕੀਏ। ਬਿਕਾਜ਼ ਐਂਡਿੰਗ 'ਚ ਜੇ ਦੇਖਿਆ ਜਾਏ ਇਹ ਸਾਰੀਆਂ ਵਰਲਡਲੀ ਚੀਜ਼ਾਂ ਹੈ। ਕੋਈ ਡਿਫੈਂਸ 'ਚ ਜਾ ਰਿਹਾ ਹੈ, ਕੋਈ ਇੰਜੀਨੀਅਰਿੰਗ ਕਰ ਰਿਹਾ ਹੈ, ਕੋਈ ਆਪਣੀ ਕੰਟਰੀ ਲਈ ਸਪੇਸ 'ਤੇ ਜਾ ਕੇ ਕੁਝ ਕਰ ਰਿਹਾ, ਕੋਈ ਸਾਇੰਸ ਦੀਆਂ ਟਰਮਸ 'ਚ ਕੁਝ ਕਰ ਰਿਹਾ। ਆਪਾਂ ਛੋਟੇ ਤੋਂ ਛੋਟਾ ਕੰਮ ਕਰੀਏ, ਕੋਈ ਫਾਰਮਿੰਗ ਕਰ ਰਿਹਾ ਹੈ, ਕੁਝ ਵੀ ਕਰੀਏ, ਆਪਣੀਆਂ ਮਜਬੂਰੀਆਂ ਹੋ ਸਕਦੀਆਂ, ਆਪਣੇ ਫਾਈਨੈਂਸ਼ੀਅਲ ਹਾਲਾਤ ਹੋ ਸਕਦੇ ਆ, ਕਿੰਨੀਆਂ ਓਪਰਚੁਨਿਟੀਜ਼ ਮਿਲੀਆਂ ਬੰਦਿਆਂ ਨੂੰ। ਹੁਣ ਜਿੱਥੇ ਅਸੀਂ ਆ, ਸਾਨੂੰ ਇੰਨੀਆਂ ਓਪਰਚੁਨਿਟੀਜ਼ ਮਿਲੀਆਂ ਇਸ ਲਈ ਇੱਥੇ ਆਏ ਆ। ਕਈ ਬੱਚੇ ਹੋਣਗੇ ਸਾਡੇ ਤੋਂ ਜ਼ਿਆਦਾ ਟੈਲੈਂਟਡ ਹੈ, ਸ਼ਾਇਦ ਇੰਨਾ ਮਿਲ ਨਹੀਂ ਪਾਇਆ ਉਹਨਾਂ ਨੂੰ। ਤਾਂ ਐਵੇਂ ਹੈ ਕਿ ਇਨ ਦੀ ਐਂਡ ਆਪਾਂ ਸਾਰੇ ਇੱਕ ਹੀ ਆ। ਆਪਾਂ ਸਾਰੇ ਜਿੰਨਾ ਉਹਨਾਂ ਨੇ ਦਿੱਤਾ ਬਾਬਾ ਜੀ ਨੇ, ਆਪਾਂ ਉੱਥੇ ਆ। ਤਾਂ ਆਪਾਂ ਜਿੰਨਾ ਆਪਣੇ ਆਪ ਨੂੰ ਲੋ ਰੱਖ ਸਕੀਏ, ਆਪਾਂ ਜਿੰਨਾ ਆਪਣੇ ਦਿਲ ਵਿੱਚ ਜਿਵੇਂ ਹੰਬਲਨੈਸ ਲਿਆ ਸਕੀਏ, ਹਾਂਜੀ ਹੰਬਲਨੈਸ, ਹਲੀਮੀ ਹੋ ਸਕੇ ਆਪਣੇ ਵਿੱਚ, ਜਿੰਨਾ ਉਵੇਂ ਰਹਿ ਕੇ ਆਪਾਂ ਜੋ ਮਰਜ਼ੀ ਆਪਣੇ ਦੇਸ਼ ਦੀ ਕਰੀਏ ਉਹ ਠੀਕ ਰਹੇਗਾ। ਕਿਉਂਕਿ ਆਪਣਾ ਮੇਨ ਮਕਸਦ ਹੈ ਕਿ ਆਪਾਂ ਖੁਸ਼ ਰਹਿਣਾ, ਲੋਕਾਂ ਨੂੰ ਖੁਸ਼ ਰੱਖਣਾ। ਬਾਅਦ ਚੋਂ ਤਾਂ ਮਤਲਬ ਜ਼ਿੰਦਗੀ ਤਾਂ ਛੋਟੀ ਜਿਹੀ ਹੈ ਨਾ, ਆਪਾਂ ਤਾਂ ਚੰਗੀ ਤਰ੍ਹਾਂ ਜੀਣਾ। ਬਾਬਾ ਜੀ ਨੇ ਸਾਨੂੰ ਚੰਗੀ ਤਰ੍ਹਾਂ ਜੀਣਾ ਸਿਖਾਇਆ ਕਿ ਖੁਸ਼ ਰਹਿ ਕੇ ਆਪਾਂ ਕੀ ਕਰ ਸਕਦੇ ਹਾਂ। ਕਿਉਂਕਿ ਆਪਾਂ ਜਿੰਨੀ ਵਾਰ ਆਪਾਂ ਗੁਰਦੁਆਰੇ ਜਾਂਦੇ ਹਾਂ, ਆਪਾਂ ਉੱਥੇ ਮੱਥਾ ਟੇਕਦੇ ਹਾਂ, ਮੇਰੇ ਅਕੋਰਡਿੰਗ ਜਦ ਤੱਕ ਆਪਾਂ ਆਪਣੇ ਅੰਦਰ ਸੱਚਾਈ ਨਹੀਂ ਹੈ, ਆਪਾਂ ਖੁਦ ਦਿਨ 'ਚ ਕੋਈ ਗਲਤ ਕੰਮ ਕਰਕੇ ਗੁਰਦੁਆਰੇ ਜਾ ਕੇ ਬਾਬਾ ਜੀ ਤੋਂ ਕੁਝ ਮੰਗ ਰਹੇ ਹਾਂ, ਆਪਾਂ ਨੂੰ ਹੱਕ ਨਹੀਂ ਬਣਦਾ। ਪਰ ਜੇ ਤੁਸੀਂ ਸਾਰਾ ਜੋ ਬਾਬਾ ਜੀ ਨੇ ਕਿਹਾ ਉਹ ਕਰਦੇ ਹੋ, ਗੁਰੂ ਜੀ ਦੇ ਸਿੱਖ ਹੋ, ਨਿਤਨੇਮ ਕਰਦੇ ਹੋ, ਦਿਨ 'ਚ ਕੋਈ ਗਲਤ ਕੰਮ ਨਹੀਂ ਕੀਤਾ, ਫਿਰ ਜਾ ਕੇ ਕੁਝ ਮੰਗ ਰਹੇ ਹੋ, ਫਿਰ ਤਾਂ ਬਾਬਾ ਜੀ ਨੂੰ ਦੇਣਾ ਪਏਗਾ ਨਾ। ਥੈਂਕ ਯੂ ਵੈਰੀ ਮਚ ਗੁਰਸਮੀਤ, ਐਂਡ ਬੈਸਟ ਵਿਸ਼ੇਸ ਫॉर ਯੋਰ ਫਿਊਚਰ। ਸਾਡੀ ਸਾਰੀ ਟੀਮ ਵੱਲੋਂ, ਮਤਲਬ ਹੋਲ ਵਰਲਡ ਵੱਲੋਂ ਤੁਹਾਨੂੰ ਸ਼ੁਭ ਇੱਛਾਵਾਂ ਕਿ ਜ਼ਿੰਦਗੀ ਦੇ ਵਿੱਚ ਜਿੱਥੇ ਵੀ ਜਾਊਂ ਇਹਨਾਂ ਗੱਲਾਂ ਦੇ ਉੱਤੇ ਵਾਹਿਗੁਰੂ ਤੁਹਾਨੂੰ ਪੂਰਨ ਭਾਰ ਪਾਉਣ ਦਾ ਜੇਰਾ ਬਖਸ਼ੇ ਤੇ ਤੁਹਾਡੀ ਹਿੰਮਤ ਜਿਹੜੀ ਉਹ ਇੱਦਾਂ ਹੀ ਬਰਕਰਾਰ ਰੱਖੇ। ਬਹੁਤ ਸ਼ੁਭ ਇੱਛਾਵਾਂ, ਧੰਨਵਾਦ। ਥੈਂਕ ਯੂ। ਅਖੀਰਲੀਆਂ ਗੱਲਾਂ ਦੇ ਵਿੱਚੋਂ ਗੱਲ ਜਿਹੜੀ ਉਹੀ ਨਿਕਲ ਕੇ ਆਈ, ਔਰ ਬੜੀ ਖੂਬਸੂਰਤ ਗੱਲ ਕਹੀ, ਉਹੀ ਜਿਹੜਾ ਗੁਰੂਆਂ ਨੇ ਕਿਹਾ ਸਾਨੂੰ ਕਿ ਮਾਨਸ ਕੀ ਜਾਤ ਸਭਾ ਏਕ ਪਹਿਚਾਨ ਬੋ। ਜਿਹੜੀਆਂ ਅਸੀਂ ਡਿਸਕ੍ਰਿਮੀਨੇਸ਼ਨ ਦੀਆਂ ਗੱਲਾਂ ਕਰਦੇ ਹਾਂ, ਇਕੁਐਲਿਟੀ ਦੀਆਂ ਗੱਲਾਂ ਕਰਦੇ ਹਾਂ, ਉਹਨਾਂ ਸਾਰਿਆਂ ਦੇ ਵਿੱਚੋਂ ਇਹੋ ਇੱਕ ਗੱਲ ਕਿ ਸਭ ਨੂੰ ਇੱਕੋ ਰੂਪ, ਇੱਕ ਸਰੂਪ ਸਾਨੂੰ ਬਣਾਉਣਾ ਪਏਗਾ। ਪਰ ਇਸ ਗੱਲ ਨੂੰ ਹੁਣ ਆਸਵੰਦ ਹੋਣਾ ਪਏਗਾ। ਇਸ ਬੱਚੀ ਦੀਆਂ ਗੱਲਾਂ ਸੁਣ ਕੇ ਮੇਰਾ ਇਸ ਨਾਲ ਗੱਲਬਾਤ ਕਰਨਾ ਮੈਨੂੰ ਸਫਲ ਲੱਗਿਆ, ਤੇ ਉਮੀਦ ਆਸ ਕਰਦਾ ਕਿ ਜਿੰਨੇ ਕੁ ਧਿਆਨ ਨਾਲ ਤੁਸੀਂ ਗੁਰਸਮੀਤ ਦੀਆਂ ਗੱਲਾਂ ਨੂੰ ਸੁਣੋਗੇ, ਸੁਣ ਕੇ ਇਹਨਾਂ ਗੱਲਾਂ ਨੂੰ ਇੰਪਲੀਮੈਂਟ ਕਰਨ ਦੀ ਕੋਸ਼ਿਸ਼ ਕਰੋਗੇ, ਆਪਣੀ ਜ਼ਿੰਦਗੀ ਨੂੰ ਅਸੀਂ ਓਨਾ ਕੁ ਹੋਰ ਸੋਹਣਾ ਤੇ ਚੰਗਾ ਬਣਾਉਣ ਦਾ ਯਤਨ ਕਰਾਂਗੇ। ਅਕਾਲ ਅਕੈਡਮੀ ਬੜੂ ਸਾਹਿਬ ਦੇ ਇਸ ਸਫ਼ਰ ਨੂੰ ਲਗਾਤਾਰਤਾ ਨਾਲ ਜਾਰੀ ਰੱਖਾਂਗੇ। ਹੋਰ ਬਹੁਤ ਸਾਰੇ ਪਹਿਲੂ ਨੇ ਜਿਨ੍ਹਾਂ ਪਹਿਲੂਆਂ ਦੇ ਉੱਤੇ ਤੁਹਾਡੀ ਨਜ਼ਰ ਜਾਣੀ ਬਹੁਤ ਲਾਜ਼ਮੀ ਤੇ ਬਹੁਤ ਜ਼ਰੂਰੀ ਹੈ, ਤੇ ਅਸੀਂ ਆਪਣੇ ਕੈਮਰੇ ਦੇ ਰਾਹੀਂ ਤੁਹਾਡੇ ਤੱਕ ਉਹ ਨਜ਼ਰ ਲਿਆਉਣ ਦੀ ਲਗਾਤਾਰ ਕੋਸ਼ਿਸ਼ ਕਰਾਂਗੇ। ਦਿਓ ਇਜਾਜ਼ਤ, ਬਣੇ ਰਹੋ ਜਸ ਟੀਵੀ ਦੇ ਨਾਲ। ਸਤਿ ਸ੍ਰੀ ਅਕਾਲ।